Dear student, welcome back to my YouTube channel Deep Classes of Physics, and today we are going to do the quick recap of the second unit current electricity of class 12th. Let's start. Now the first question is, what is current? Current is the rate of flow of charge. I is equal to Q divided by T. Now what is Q? Q ਦੀ ਜਿਹੜੀ ਵੈਲਿਊ ਹੈ ਉਹ ਸਾਡੇ ਕੋਲ NE ਹੈ, ਕੁਆਂਟਾਈਜੇਸ਼ਨ ਵਾਲਾ ਅਸੀਂ ਫਾਰਮੂਲਾ ਲਗਾ ਦਿੰਦੇ ਹਾਂ Q is equal to NE. Now the formula for current will become I equal to NE divided by T. T is the time taken, N is the number of electron flowing, and E is the charge on electron. Okay, now the SI unit of करंट इज एम्पीयर. करंट का जिहड़ा SI यूनिट हुंदा है वो साडे कोल कितना है 1 एम्पीयर. ते 1 एम्पीयर किहदे इक्वल होएगा? इहदी जगह ते असीं लिख दिता 1 एम्पीयर, चार्ज दी जगह ते उत्ते लिख दिता 1 कूलम, टाइम दी जगह ते उत्ते लिख दिता असीं 1 सैकेंड. इट मीनस जिहड़ा साडा 1 एम्पीयर करंट है इट इज 1 कूलम पर सैकेंड. यह फॉर्मूला तुसी याद रखना है, 1 एम्पीयर इज इक्वल टू 1 कूलम पर सेकंड. नाउ फ्रॉम दिस फॉर्मूला यू कैन कैलकुलेट द नंबर ऑफ इलेक्ट्रॉन्स पासिंग थ्रू द वायर. ਜਦੋਂ ਵੀ ਕੋਈ ਕਰੰਟ ਫਲੋ ਕਰਦਾ ਹੈ ਤਾਂ ਇਲੈਕਟ੍ਰੋਨ ਵੀ ਫਲੋ ਕਰਦੇ ਨੇ, ਉਹ ਨੰਬਰ ਆਫ ਇਲੈਕਟ੍ਰੋਨਸ ਜਿਹੜੇ ਨੇ ਅਸੀਂ ਨਿਕਾਲ ਸਕਦੇ ਹਾਂ. ਤੇ ਇੱਕ ਵੈਲਿਊ ਤੁਸੀਂ ਹਮੇਸ਼ਾ ਯਾਦ ਰੱਖਣੀ ਹੈ, 6.25 into 10 raised to power 18 इलेक्ट्रॉन पर सेकंड. हाँ जी, ये वैल्यू याद रखनी है. 1 एम्पीयर करंट जेड़ा होंदा है, 1 एम्पीयर करंट वास्ते जेड़ा है साडे कोल 1 सैकंड दे विच इन्ने इलेक्ट्रॉन जेड़े ने ਉਹ मूव करदे ने. इन्हां नूं तुसीं याद रखना है. क्लियर? नाउ करंट दी जेड़ी डायरेक्शन है ਉਹ किधर ਨੂੰ ਹੁੰਦੀ ਹੈ? इट इज opposite to the flow of electron. ਜਿੱਧਰ ਨੂੰ ਇਲੈਕਟ੍ਰੋਨ ਮੂਵ ਕਰਦੇ ਨੇ ਉਹਦੇ opposite ਕਰੰਟ ਫਲੋ ਕਰਦਾ ਹੈ. ਇਸ ਨੂੰ ਅਸੀਂ ਬੋਲਦੇ ਆ ਕਨਵੈਨਸ਼ਨਲ ਕਰੰਟ. ਵੈਸੇ ਕਰੰਟ ਜਿਹੜਾ ਹੈ ਸਕੇਲਰ ਫਿਜ਼ੀਕਲ ਕੁਆਂਟੀਟੀ ਹੈ, ਇਹਦੀ ਕੋਈ ਆਪਣੀ ਇਹਦੇ ਉੱਤੇ ਕਦੀ ਵੈਕਟਰ ਨਹੀਂ ਪਾਣਾ. ਅਸੀਂ ਇਹਦੀ ਡਾਇਰੈਕਸ਼ਨ ਸ਼ੋ ਕਰਦੇ ਆ, ਉਹ ਐਕਚੁਅਲੀ ਡਾਇਰੈਕਸ਼ਨ ਫਲੋ ਆਫ ਕਿਹਦੀ ਹੁੰਦੀ ਹੈ? ਚਾਰਜ ਦੀ ਹੁੰਦੀ ਹੈ. ਕਲੀਅਰ? ਕਰੰਟ ਨੂੰ ਅਸੀਂ ਡਿਨੋਟ ਕਰਦੇ ਆ I ਦੇ ਨਾਲ. ਸਕੇਲਰ ਫਿਜ਼ੀਕਲ ਕੁਆਂਟੀਟੀ ਹੈ, ਵੈਕਟਰ ਐਡੀਸ਼ਨ ਲਾਅ ਨੂੰ ਹੈ ਓਬੇ ਨਹੀਂ ਕਰਦੀ. ਵੈਕਟਰ ਐਡੀਸ਼ਨ ਲਾਅ ਨੂੰ ਹੈ ਓਬੇ ਨਹੀਂ ਕਰਦੀ. ਨਾਓ ਕਰੰਟ ਜਿਹੜਾ ਹੈ ਸਾਡੇ ਕੋਲ 2-3 ਤਰ੍ਹਾਂ ਦੇ ਕਰੰਟ ਨੇ. ਇੱਕ ਸਾਡੇ ਕੋਲ ਹੈਗਾ ਸਟੈਡੀ ਕਰੰਟ ਜਿਹੜਾ ਕਨਸਟੈਂਟ ਕਰੰਟ ਹੈ. ਜਿਸ ਤਰ੍ਹਾਂ ਦੇਖੋ ਆਹ ਗ੍ਰਾਫ, ਇਹ ਕਰੰਟ ਤੇ ਟਾਈਮ ਦੇ ਵਿੱਚ ਗ੍ਰਾਫ ਹੈ. ਮੰਨ ਲਓ ਵੀ ਕਿਸੇ ਟਾਈਮ ਤੇ ਕਰੰਟ 2 ਐਂਪੀਅਰ ਹੈ ਤੇ ਹਮੇਸ਼ਾ ਜਿਹੜਾ ਕਰੰਟ 2 ਐਂਪੀਅਰ ਰਹਿ ਰਿਹਾ ਕਿਉਂਕਿ ਇਹ ਗ੍ਰਾਫ ਜਿਹੜਾ ਮੇਰਾ ਟਾਈਮ ਐਕਸਿਸ ਦੇ ਪੈਰਲਲ ਹੈ, ਟਾਈਮ ਦੇ ਬਿਲਕੁਲ ਇੰਡੀਪੈਂਡੈਂਟ ਹੋ ਗਿਆ. ਇਹ ਸਟੈਡੀ ਕਰੰਟ ਜਿਸ ਕਰੰਟ ਦੀ ਵੈਲਿਊ ਚੇਂਜ ਨਹੀਂ ਹੁੰਦੀ. ਇਹ ਚ ਦੇਖੋ ਕਰੰਟ ਕਦੀ ਜਿਹੜਾ ਹੈ ਵੱਧ ਗਿਆ ਕਦੀ ਘਟ ਗਿਆ. ਇਸ ਨੂੰ ਅਸੀਂ ਬੋਲਦੇ ਆ ਟਾਈਮ ਵੇਰਿੰਗ ਕਰੰਟ, ਜਿਹੜਾ ਕਰੰਟ ਟਾਈਮ ਦੇ ਅਕੋਰਡਿੰਗ ਚੇਂਜ ਹੁੰਦਾ ਹੈ. ਇੱਕ ਕਰੰਟ ਸਾਡੇ ਕੋਲ ਹੋਰ ਹੁੰਦਾ ਹੈ ਜਿਸ ਨੂੰ ਅਸੀਂ ਬੋਲਦੇ ਆ ਆਲਟਰਨੇਟਿੰਗ ਕਰੰਟ. ਨਾਓ ਦਿਸ ਇਜ਼ ਦਾ ਸ਼ੇਪ ਆਫ ਦੀ ਆਲਟਰਨੇਟਿੰਗ ਕਰੰਟ. ਆਲਟਰਨੇਟਿੰਗ ਕਰੰਟ ਦਾ ਜਿਹੜਾ ਫਾਰਮੂਲਾ ਤੁਸੀਂ ਯਾਦ ਰੱਖ ਲਓ, I is equal to I naught sin omega t. ਹਾਂਜੀ ਕਲੀਅਰ? ਇਸ ਤੱਕ ਤੁਹਾਨੂੰ ਬੇਟਾ ਕਲੀਅਰ ਹੋ ਚੁੱਕਾ. ਨਾਓ ਇੱਕ ਇਹ ਫਾਰਮੂਲਾ ਦੇਖੋ, I is equal to dq by dt. ਇਹ ਵੀ ਕਰੰਟ ਨਿਕਾਲਣ ਦਾ ਫਾਰਮੂਲਾ ਹੈ ਜਿਹਦੇ ਵਿੱਚ ਸਮਾਲ ਟਾਈਮ ਦੇ ਵਿੱਚ ਸਮਾਲ ਚਾਰਜ ਜਿਹੜਾ ਹੈ ਕਿਸੇ ਪੋਰਸ਼ਨ ਦੇ ਵਿੱਚੋਂ, ਕਿਸੇ ਕ੍ਰੋਸ ਸੈਕਸ਼ਨ ਏਰੀਆ ਦੇ ਵਿੱਚੋਂ ਪਾਸ ਹੁੰਦਾ ਹੈ. ਹਾਂਜੀ, ਸਮਾਲ ਟਾਈਮ dt ਤੇ ਸਮਾਲ ਚਾਰਜ ਜਿਹੜਾ ਹੈ ਉਹਦੇ ਵਿੱਚੋਂ ਪਾਸ ਹੁੰਦਾ ਹੈ. ਸਪੋਜ਼ ਕਿਸੇ ਕੁਐਸਚਨ ਦੇ ਵਿੱਚ, ਕਿਸੇ ਨਿਊਮੈਰੀਕਲ ਦੇ ਵਿੱਚ ਤੁਹਾਨੂੰ ਮੈਂ ਲਿਖ ਦੇਣਾ ਕਿ ਸਾਡੇ ਕੋਲ ਜਿਹੜਾ Q ਹੈ ਇਟ ਇਜ਼ 2t² plus 2t. ਸਪੋਜ਼ ਚਾਰਜ ਸਾਨੂੰ ਇੰਨਾ ਗਿਵਨ ਹੈ, ਕਹਿਣ ਦਾ ਮਤਲਬ ਚਾਰਜ ਇਜ਼ ਅ ਫੰਕਸ਼ਨ ਆਫ ਟਾਈਮ. ਚਾਰਜ ਟਾਈਮ ਤੇ ਡਿਪੈਂਡ ਕਰਦਾ ਹੈ. ਕਲੀਅਰ? ਤੇ ਮੈਨੂੰ ਕਿਹਾ ਜਾਂਦਾ ਹੈ ਕਿ ਕਰੰਟ ਨਿਕਾਲੋ. ਤੇ ਕਰੰਟ ਕਿਵੇਂ ਨਿਕਾਲਦੇ ਹਾਂ ਅਸੀਂ? ਜਦੋਂ ਚਾਰਜ ਟਾਈਮ ਤੇ ਡਿਪੈਂਡ ਕਰੇ ਉਦੋਂ ਕਰੰਟ ਨਿਕਾਲਣ ਦਾ ਫਾਰਮੂਲਾ I is equal to dq by dt. ਇਹਦੀ ਅਸੀਂ ਬੇਟਾ ਡਿਫਰੈਂਸ਼ੀਏਸ਼ਨ ਕਰ ਦਾਂਗੇ. ਉੱਪਰ ਕੀ ਆ ਜਾਏਗਾ? Q ਦੀ ਜਗ੍ਹਾ ਤੇ 2t² plus 2t. Now
what is the differentiation of this? ਇਹ ਆ ਜਾਏਗੀ ਤੁਹਾਡੇ ਕੋਲ 4t plus 2. This is the value of current. ਤੇ ਜੇ ਟਾਈਮ ਗਿਵਨ ਹੋਵੇ 2 ਸੈਕਿੰਡ 1 ਸੈਕਿੰਡ ਬਾਅਦ ਇੱਥੇ ਤੁਸੀਂ ਟਾਈਮ ਦੀ ਵੈਲਿਊ ਪੁੱਟ ਕਰੋ, ਸਾਡਾ ਕਰੰਟ ਆ ਜਾਏਗਾ। ਹਾਂਜੀ ਕਲੀਅਰ। ਇਹ ਕਰੰਟ ਤੁਸੀਂ ਦੱਸੋ ਟਾਈਮ ਵੇਰਿੰਗ ਹੋਏਗਾ ਕਿ ਕਾਂਸਟੈਂਟ ਹੋਏਗਾ? ਇਹ ਕਰੰਟ ਜਿਹੜਾ ਟਾਈਮ ਵੇਰਿੰਗ ਹੋਏਗਾ, ਕਿਉਂਕਿ ਕਰੰਟ ਦੇ ਫਾਰਮੂਲੇ ਵਿੱਚ ਟਾਈਮ ਆ ਰਿਹਾ ਹੈ। ਜੇ ਤੁਸੀਂ ਟਾਈਮ ਦੀ ਵੈਲਿਊ ਚੇਂਜ ਕਰੋਗੇ ਤੇ ਸਾਡਾ ਕਰੰਟ ਜਿਹੜਾ ਹੈ ਉਹਦੀ ਵੈਲਿਊ ਵੀ ਨਾਲ ਦੇ ਨਾਲ ਜਿਹੜੀ ਹੈ ਉਹ ਚੇਂਜ ਹੁੰਦੀ ਜਾਏਗੀ। ਨਾਓ ਦਿਸ ਇਜ਼ ਦਾ formula for calculate the current if the charge is as a function of time. Now the next point which we are going to discuss is that current the direction ਜਿਹੜੀ ਹੈ it is from positive terminal of the battery to the negative terminal. करंट हमेशा फ्लो करता है पॉजिटिव टर्मिनल ऑफ द बैटरी टू द नेगेटिव टर्मिनल थ्रू द वायर। वायर दे विचों जेड़ा करंट ने फ्लो करना है वो किधरों जाता है? पॉजिटिव टू नेगेटिव। ते जे तुहानू पूछे भी सैल दे विचों करंट किधर फ्लो करता है तो तुसी बोलोगे नेगेटिव टर्मिनल तो पॉजिटिव टर्मिनल वाले पासे जाता है। फिर सुन लो, वायर विचों करंट दी डायरेक्शन पॉजिटिव टू नेगेटिव, थ्रू द सैल इट इज फ्रॉम द नेगेटिव टू द पॉजिटिव टर्मिनल। नाउ नेक्स्ट पॉइंट इज करंट नू फ्लो कराने वास्ते सानू बाहरों पोटेंशियल डिफरेंस जिहड़ा है ओनू अप्लाई करना पैंदा है। पोटेंशियल डिफरेंस तो बिना साडा जिहड़ा है वो करंट फ्लो नहीं करता। जदों इलैक्ट्रॉन मूव करते हैं, ठीक है, अपने एक एंड तो दूजे एंड ते उन्हां दी जिहड़ी वेलोसिटी है ओहदा नाम हुंदा है ड्रिफ्ट वेलोसिटी। ते ड्रिफ्ट वेलोसिटी दा जिहड़ा फार्मूला है ए तुसीं याद कर लो, E/m into tau, E over m multiply by tau. This is the formula to calculate the drift velocity. हाँ जी क्लियर। ਇਹ ਉਹ velocity है ਜਿਹਦੇ ਨਾਲ ਇਲੈਕਟ੍ਰੋਨ ਜਿਹੜੇ ਨੇ ਉਹ ਮੂਵ ਕਰਦੇ ਨੇ। ਨਾਓ ਕਰੰਟ ਤੇ ਡ੍ਰਿਫਟ velocity ਦੇ ਵਿੱਚ ਇੱਕ ਆ ਰਿਲੇਸ਼ਨ ਹੈ NAEV ਦੀ। ਇਹ ਬਹੁਤ ਇੰਪੋਰਟੈਂਟ ਹੈ। ਕਰੰਟ ਜਿਹੜਾ ਹੈ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਹੁੰਦਾ ਹੈ ਡ੍ਰਿਫਟ velocity। इथे ध्यान देना है, इथे n जेड़ा नंबर ऑफ इलेक्ट्रॉन नहीं है, इट इज अ नंबर डेंसिटी, इट इज नंबर ऑफ इलेक्ट्रॉन पर यूनिट वॉल्यूम। इथे बेटा गलती होती है, ध्यान रखना है। व्हाट इज एन? नंबर डेंसिटी ऑफ इलेक्ट्रॉन, नंबर ऑफ इलेक्ट्रॉन पर यूनिट वॉल्यूम। करंट इज डायरेक्टली प्रोपोर्शनल टू द ड्रिफ्ट वेलोसिटी। हाँ जी क्लियर। नाउ नेक्स्ट है ओम्स लॉ। सब बच्चों को पता है कि ओम्स लॉ का जिहड़ा फार्मूला है V इज इक्वल टू IR। ਇਹਦੇ ਵਿੱਚੋਂ V ਸਾਨੂੰ ਪਤਾ ਹੈ पोटेंशियल डिफरेंस ਜਿਹੜਾ ਅਸੀਂ ਅਪਲਾਈ ਕਰਦੇ ਹਾਂ। I ਜਿਹੜਾ ਹੈ ਕਰੰਟ ਜਿਹੜਾ ਵਾਇਰ ਵਿੱਚੋਂ ਫਲੋ ਕਰੇਗਾ ਤੇ R ਨੂੰ ਅਸੀਂ ਕੀ ਬੋਲਦੇ ਹਾਂ? ਰੈਜ਼ਿਸਟੈਂਸ ਆਫ ਦੀ ਕੰਡਕਟਰ, ਰੈਜ਼ਿਸਟੈਂਸ ਆਫ ਦੀ ਵਾਇਰ। ਨਾਓ ਇਹਦੇ ਵਿੱਚੋਂ ਜਿਹੜਾ R ਹੈ ਇਹਦਾ ਯੂਨਿਟ ਸਭ ਬੱਚਿਆਂ ਨੂੰ ਪਤਾ ਹੈ, ਇਟ ਇਜ਼ measured in ohm, it is a SI unit of resistance। ਕਿੰਨਾ ਹੈਗਾ? ohm। ਤੇ ਰੈਜ਼ਿਸਟੈਂਸ ਦਾ ਕਾਰਨ ਕੀ ਹੈ? ਜਦੋਂ ਇਲੈਕਟ੍ਰੋਨ ਮੂਵ ਕਰਦੇ ਨੇ, ਇਲੈਕਟ੍ਰੋਨ ਜਿਹੜੇ ਨੇ ਆਪਸ ਵਿੱਚ ਵੀ ਕੋਲਾਈਡ ਕਰਦੇ ਆ ਤੇ ਜਿਹੜਾ ਲੈਟਿਸ ਹੈ ਉਹਦੇ ਆਇਨਸ ਦੇ ਨਾਲ ਟੱਕਰ ਮਾਰਦੇ ਆ। ਉਹ ਜਦੋਂ ਉਹ ਟੱਕਰ ਖਾ ਕੇ ਉਹ ਡਿਫਲੈਕਟਡ ਬੈਕ, जो टक्कर खा के उन्होंने रुकावट होती है, असीं कहते हैं रजिस्टेंस जिहड़ी है वो पैदा हो जाती है। जिन्नी रजिस्टेंस ज्यादा होएगी उन्ना करंट फ्लो जिहड़ा है वो घट होंदा है। रजिस्टेंस करके ही साडी जिहड़ी वायर है वो गर्म हो जाती है। जदों भी वायर विचों करंट पास करते हैं तुसीं देखिया वायर गैट हीटिड अप, वो क्यों होंदी है? ओहदे रजिस्टेंस करके। जिस वायर की रजिस्टेंस ज्यादा होएगी वो वायर जिहड़ी है साडी ज्यादा गर्म हो जाती है। क्लीयर। असी आम तौर ते कॉपर जिहड़ी वायर असी प्रैफर करते हैं। कॉपर वायर इज यूज्ड एज ए कनैक्टिंग वायर। किते भी वायरिंग देख लो, घरां दे विच देख लो, किते भी करंट दी सप्लाई करते हैं असी ट्यूब नूं करंट की सप्लाई करनी है, फैन चलाना, जिथे भी वायर वरतते हैं मोस्टली असी कॉपर की वरतते हैं, क्योंकि कॉपर वायर ऐसी वायर है एक तो सस्ती है, दूसरी गल एदी रजिस्टेंस जिहड़ी है वो घट होंदी है। हाँ जी क्लीयर। यह तार बहुती गर्म भी नहीं होएगी। आई का मतलब है साडे कोल करंट। नाउ आर का जे असी विचों फार्मूला कढीए ते साडे कोल आ जाएगा V ओवर I ते इत्थे आ गया 1 ओम ते पोटेंशियल का यूनिट तुहानूं पता ही है कि वोल्ट ते थल्ले करंट है ऊपर एंपीयर। ਇਹਦਾ मतलब की होया 1 ओम इज इक्वल टू वोल्ट पर एंपीयर। पेपर दे विच रजिस्टेंस दा यूनिट इस तरह भी पूछा जा सकता है ते इस तरह भी। कई बार इस तरह पूछते हैं कि रजिस्टेंस दा यूनिट केड़ा है, 4 ऑप्शन होणगियां।
ਤੁਹਾਨੂੰ ਉਸ ਟਾਈਮ ਤੇ ਸੋਚਣਾ ਵੀ ਰੈਜ਼ਿਸਟੈਂਸ ਦਾ ਯੂਨਿਟ ਤੁਸੀਂ ਕਹਿਣਾ ਉਹ ਤੇ ਓਮ ਹੈ, ਇੱਥੇ ਤੇ ਨਜ਼ਰ ਨਹੀਂ ਆ ਰਿਹਾ, ਜਦਕਿ ਉਹਨਾਂ ਨੇ ਵੋਲਟ ਪਰ ਐਂਪੀਅਰ ਲਿਖਿਆ ਹੋਣਾ ਹੈ। ਇਸ ਤਰ੍ਹਾਂ ਦੇ ਜਿਹੜੇ ਕੇਸਿਸ ਨੇ ਤੁਸੀਂ ਇਹਨਾਂ ਨੂੰ ਬੜੇ ਧਿਆਨ ਪੂਰਵਕ ਜਿਹੜਾ ਹੈ ਤੁਸੀਂ ਕਰਨਾ ਹੈ। ਰੈਜ਼ਿਸਟੈਂਸ ਦਾ ਯੂਨਿਟ ਜਿਹੜਾ ਹੈ ਉਹ ਓਮ ਹੁੰਦਾ ਹੈ। ਨਾਓ ਨੈਕਸਟ ਜਿਹੜਾ V IR ਜਿਹੜਾ ਓਮਸ ਲਾ ਹੈ ਇਹ ਵੈਰੀਫਾਈ ਤਾਂ ਹੁੰਦਾ ਹੈ ਜੇਕਰ ਅਸੀਂ ਗ੍ਰਾਫ ਪਲਾਟ ਕਰੀਏ V ਤੇ I ਦੇ ਵਿੱਚ, ਇਹ ਹਮੇਸ਼ਾ ਸਟ੍ਰੇਟ ਲਾਈਨ ਆਣਾ ਚਾਹੀਦਾ ਹੈ। ਇਫ ਵੀ ਪਲਾਟ ਅ ਗ੍ਰਾਫ ਬਿਟਵੀਨ, ਹਾਂਜੀ, ਇਫ ਵੀ ਪਲਾਟ ਅ ਗ੍ਰਾਫ between V and I, it will be a straight line. Suppose this is V and here is I, the graph is like this, then we say that Ohm's law ਜਿਹੜਾ ਹੈ ਉਹ ਵੈਰੀਫਾਈ ਹੋ ਗਿਆ। Ohm's law ਵੈਰੀਫਾਈ ਹੋਣ ਦਾ ਤਰੀਕਾ V ਤੇ I ਦੇ ਵਿੱਚ ਗ੍ਰਾਫ ਸਟ੍ਰੇਟ ਲਾਈਨ ਆਉਣਾ ਚਾਹੀਦਾ ਹੈ ਤੇ origin ਦੇ ਵਿੱਚੋਂ ਜਿਹੜਾ ਹੈ ਪਾਸ ਹੋਣਾ ਜ਼ਰੂਰੀ ਹੈ। origin ਦੇ ਵਿੱਚੋਂ ਹੀ ਇਹਨੇ ਜਿਹੜਾ ਹੈ ਉਹ ਪਾਸ ਹੋਣਾ। ਕਲੀਅਰ? ਨਾਓ ਇਸ ਗ੍ਰਾਫ ਦਾ ਇਹ ਯਾਦ ਕਰ ਲਓ, ਇਸ ਗ੍ਰਾਫ ਦਾ ਜੇ ਅਸੀਂ ਸਲੋਪ ਨਿਕਾਲੀਏ, what does the slope of VI graph represent? ਇਹ ਸਾਨੂੰ ਜਿਹੜਾ ਸਲੋਪ ਹੈ ਸਾਨੂੰ ਰੈਜ਼ਿਸਟੈਂਸ ਦੀ ਵੈਲਿਊ ਦੇਗਾ। ਸਲੋਪ ਕਾਦੀ ਵੈਲਿਊ ਦੇਗਾ? ਰੈਜ਼ਿਸਟੈਂਸ ਦੀ। ਹਾਂਜੀ ਕਲੀਅਰ? ਹੁਣ ਧਿਆਨ ਦੇਣਾ ਹੈ, V ਨੂੰ ਮੈਂ Y ਵਾਲੇ ਪਾਸੇ ਪਲਾਟ ਕੀਤਾ, I ਨੂੰ ਮੈਂ X ਐਕਸਿਸ ਵਾਲੇ ਪਾਸੇ ਪਲਾਟ ਕੀਤਾ। ਇਹਨੂੰ ਮਾਈਂਡ 'ਚ ਰੱਖ ਲਓ ਕਿਉਂਕਿ ਬੜਾ ਇੰਪੋਰਟੈਂਟ ਕੁਐਸਚਨ ਹੈ, ਇਹ ਪੇਪਰ 'ਚ ਆ ਸਕਦਾ ਹੈ। V Y ਵਾਲੇ ਪਾਸੇ ਰੱਖਣਾ ਹੈ, I ਨੂੰ X ਵਾਲੇ ਪਾਸੇ ਰੱਖਣਾ ਹੈ। ਫਿਰ ਜਿਹਦਾ ਗ੍ਰਾਫ ਆਏਗਾ ਇਹਦਾ ਜਿਹੜਾ ਸਲੋਪ ਹੋਏਗਾ ਨਾ, ਇਟ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਰੈਜ਼ਿਸਟੈਂਸ। ਉਦੋਂ ਰੈਜ਼ਿਸਟੈਂਸ ਦੇ ਡਾਇਰੈਕਟਲੀ ਆਏਗਾ। ਜਿੰਨਾ ਸਲੋਪ ਜ਼ਿਆਦਾ ਹੋਏਗਾ ਓਨੀ ਰੈਜ਼ਿਸਟੈਂਸ ਜਿਹੜੀ ਹੈ ਸਾਡੀ ਜ਼ਿਆਦਾ ਹੋਏਗੀ। ਇਹ ਯਾਦ ਰੱਖ ਲਓ, ਇਸ ਚੀਜ਼ ਦਾ ਖਾਸ ਤੌਰ ਤੇ ਤੁਸੀਂ ਜਿਹੜਾ ਹੈ ਧਿਆਨ ਦੇਣਾ ਹੈ। ਨਾਓ ਜੇਕਰ ਗ੍ਰਾਫ ਤੁਹਾਡੇ ਕੋਲ ਇਸ ਤਰ੍ਹਾਂ ਹੋਵੇ, ਮੰਨ ਲਓ ਵੀ ਇਧਰ ਨੂੰ V ਪਲਾਟ ਕਰ ਦਿੱਤਾ, ਇਧਰ ਨੂੰ I ਪਲਾਟ ਕਰ ਦਿੱਤਾ ਤੇ ਗ੍ਰਾਫ ਸਟ੍ਰੇਟ ਲਾਈਨ ਹੈ, ਇਹ ਵੀ ਓਮਸ ਲਾਅ ਵੈਰੀਫਾਈ ਹੈ। ਤੁਹਾਡੀ ਮਰਜ਼ੀ ਹੈ ਜਿਹੜੇ ਪਾਸੇ ਮਰਜ਼ੀ ਪਲਾਟ ਕਰੋ, ਪਰ ਧਿਆਨ ਰੱਖਣਾ ਹੈ ਇੱਥੇ ਜਿਹੜਾ ਆਪਾਂ ਸਲੋਪ ਨਿਕਾਲਾਂਗੇ ਉਹ ਇਨਵਰਸਲੀ ਹੋਏਗਾ, ਹਾਂਜੀ, ਕੀ ਦੇ? ਰੈਜ਼ਿਸਟੈਂਸ ਦੇ। ਇਹ ਧਿਆਨ ਰੱਖਣਾ ਹੈ। ਜਦੋਂ I Y ਵਾਲੇ ਪਾਸੇ ਤੇ V X ਵਾਲੇ ਪਾਸੇ, ਇਹ ਦੋ ਪੁਆਇੰਟ ਯਾਦ ਰੱਖੋ। ਹਾਂਜੀ ਕਲੀਅਰ? ਸਭ ਨਾਲ ਪਹਿਲਾਂ ਕੁਐਸਚਨ ਦੇ ਵਿੱਚ ਤੁਸੀਂ ਆਹ ਦੋ ਚੀਜ਼ਾਂ ਨੋਟ ਕਰਨੀ ਹੈ ਕਿ V ਕਿਹੜੇ ਪਾਸੇ। ਜੇ V Y ਵਾਲੇ ਪਾਸੇ ਆ ਤੇ ਫਿਰ ਸਲੋਪ ਡਾਇਰੈਕਟਲੀ ਆਏਗਾ ਜੇ ਰੈਜ਼ਿਸਟੈਂਸ ਦੇ। ਹੁਣ ਕੁਐਸਚਨ ਪੇਪਰ ਦੇ ਵਿੱਚ ਕਿਸ ਤਰ੍ਹਾਂ ਆ ਸਕਦਾ ਹੈ, ਹਾਂਜੀ, ਉਹ ਕੁਐਸਚਨ ਨੂੰ ਤੁਸੀਂ ਜਿਹੜਾ ਧਿਆਨ ਨਾਲ ਨੋਟ ਕਰ ਲਓ। ਮੰਨ ਲਓ ਵੀ ਸਾਡੇ ਕੋਲ ਇੱਕ ਕੁਐਸਚਨ ਆ ਗਿਆ ਲਾਈਕ ਦਿਸ, ਇਧਰਲੇ ਪਾਸੇ V ਲਿਖਿਆ, ਸਾਡੇ ਕੋਲ ਦੋ ਗ੍ਰਾਫ ਨੇ, ਇੱਕ ਗ੍ਰਾਫ ਹੈਗਾ A, ਇੱਕ ਗ੍ਰਾਫ ਹੈਗਾ ਸਾਡੇ ਕੋਲ B। ਨਾਓ ਦੱਸਣਾ ਹੈ ਕਿ ਕਿਹਦੀ ਰੈਜ਼ਿਸਟੈਂਸ ਜ਼ਿਆਦਾ ਹੈ, A ਦੀ ਕਿ B ਦੀ। ਇਹਨਾਂ ਦੋਨਾਂ ਵਿੱਚ ਰੈਜ਼ਿਸਟੈਂਸ ਕਿਹਦੀ ਜ਼ਿਆਦਾ ਹੈ? ਸਭ ਨਾਲ ਪਹਿਲਾਂ ਦੇਖਣਾ ਹੈ ਤੁਸੀਂ V ਕਿੱਧਰ ਹੈ। V ਕਿਹੜੇ ਪਾਸੇ ਹੈ? Y ਵਾਲੇ ਪਾਸੇ। ਠੀਕ ਹੈ, ਇਹਦਾ ਮਤਲਬ ਸਲੋਪ ਡਾਇਰੈਕਟਲੀ ਹੋਏਗਾ ਰੈਜ਼ਿਸਟੈਂਸ ਦੇ। ਸਲੋਪ ਹੋਏਗਾ ਡਾਇਰੈਕਟਲੀ ਰੈਜ਼ਿਸਟੈਂਸ ਦੇ। ਹਾਂਜੀ, ਸਲੋਪ ਡਿਪੈਂਡ ਕਰਦਾ ਐਂਗਲ ਤੇ। ਹਾਂਜੀ, ਇਹਦਾ ਐਂਗਲ ਮੰਨ ਲਓ 30 ਹੈ, ਇਹਦਾ 60 ਡਿਗਰੀ ਹੈ। ਕਿਹਦਾ ਸਲੋਪ ਜ਼ਿਆਦਾ ਹੈ? A ਦਾ ਸਲੋਪ ਜ਼ਿਆਦਾ ਹੈ। ਜਿਹਦਾ ਸਲੋਪ ਜ਼ਿਆਦਾ ਹੋਏਗਾ ਉਹਦੀ ਰੈਜ਼ਿਸਟੈਂਸ ਜ਼ਿਆਦਾ ਹੋਏਗੀ। ਇਹਦਾ ਮੰਨ ਲਓ A ਵਾਇਰ ਜਿਹੜੀ ਹੈ ਇਹਦੀ ਰੈਜ਼ਿਸਟੈਂਸ ਜਿਹੜੀ ਹੈ ਉਹ ਜ਼ਿਆਦਾ ਹੋਏਗੀ। ਤੇ ਜੇਕਰ ਇਹ ਉਲਟ ਹੋਵੇ, ਇਧਰ I ਹੈ ਤੇ ਇਸ ਪਾਸੇ ਸਾਡਾ V ਪਲਾਟ ਕਰ ਦਈਏ ਤੇ ਇਹ ਆਨਸਰ ਉਲਟ ਆਏਗਾ। ਫਿਰ B ਦੀ ਰੈਜ਼ਿਸਟੈਂਸ ਜ਼ਿਆਦਾ ਹੋਏਗੀ, ਕਹਿਣ ਦਾ ਮਤਲਬ ਜਿਹਦਾ ਸਲੋਪ ਘੱਟ ਹੈ ਉਹਦੀ ਰੈਜ਼ਿਸਟੈਂਸ ਜਿਹੜੀ ਹੈ ਉਹ ਜ਼ਿਆਦਾ ਹੋਏਗੀ। ਇਹ ਚੀਜ਼ ਨੂੰ ਤੁਸੀਂ ਬਾਰ-ਬਾਰ ਇਹ ਵੀਡੀਓ ਨੂੰ ਤੁਸੀਂ ਪਿੱਛੇ ਕਰਕੇ ਦੁਬਾਰਾ ਦੇਖ ਸਕਦੇ ਹੋ ਕਿਉਂਕਿ ਬਹੁਤ ਹੀ ਜ਼ਿਆਦਾ ਇਹ ਇੰਪੋਰਟੈਂਟ ਕੁਐਸਚਨ ਸੀ। ਓਮਸ ਲਾ ਵੈਰੀਫਾਈ ਕਰਨ ਵਾਸਤੇ ਗ੍ਰਾਫ ਤੁਹਾਡਾ ਸਟ੍ਰੇਟ ਲਾਈਨ ਆਉਣਾ ਚਾਹੀਦਾ ਹੈ ਤੇ ਜਦੋਂ ਸਾਡਾ ਗ੍ਰਾਫ V ਤੇ I ਵਿੱਚ ਸਟ੍ਰੇਟ ਲਾਈਨ ਨਹੀਂ ਆਉਂਦਾ, ਅਸੀਂ ਕਹਿੰਦੇ ਹਾਂ ਕਿ ਓਮਸ ਲਾ ਜਿਹੜਾ ਹੈਗਾ ਉੱਥੇ ਫੇਲ ਹੋ ਗਿਆ। ਕਈ ਡਿਵਾਈਸਿਸ ਨੇ ਸਾਡੇ ਕੋਲ, ਜਿਵੇਂ PN ਜੰਕਸ਼ਨ ਹੈ, ਇਲੈਕਟ੍ਰੋਲਾਈਟ ਹੈ, ਇੱਥੇ ਓਮਸ ਲਾ ਫੇਲ ਹੋ ਜਾਂਦਾ। ਇੱਥੇ V ਤੇ I ਦਾ ਗ੍ਰਾਫ ਜਿਹੜਾ ਹੈ ਸਟ੍ਰੇਟ ਲਾਈਨ ਨਹੀਂ ਹੁੰਦਾ। ਕੋਈ ਐਸੀ ਐਗਜ਼ਾਮਪਲ ਦਿਓ ਜਿੱਥੇ ਓਮਸ ਲਾ ਜਿਹੜਾ ਹੈ ਉਹ ਫੇਲ ਹੋ ਗਿਆ। ਉਹਨੂੰ ਕਹਿੰਦੇ ਨॉन ਓਮਿਕ ਕੰਡਕਟਰ। ਜਿਹੜੇ ਓਮਸ ਲਾ ਨੂੰ ਓਬੇ ਨਹੀਂ ਕਰਦੇ ਉਹ ਹੁੰਦੇ ਨॉन ਓਮਿਕ ਕੰਡਕਟਰ, ਤੇ ਜਿਹੜੇ ਓਮਸ ਲਾ ਨੂੰ ਓਬੇ ਕਰਦੇ ਨੇ ਉਹਨਾਂ ਨੂੰ ਅਸੀਂ ਬੋਲਦੇ ਹਾਂ ਓਮਿਕ ਕੰਡਕਟਰ। ਨॉन ਓਮਿਕ ਦੀ ਤੁਹਾਨੂੰ ਜੇਕਰ ਐਗਜ਼ਾਮਪਲ ਪੁੱਛ ਲਈ ਜਾਏ ਤੇ ਨॉन ਓਮਿਕ ਦੀ ਜਿਹੜੀ ਐਗਜ਼ਾਮਪਲ ਹੈ ਤੁਸੀਂ ਦੇ ਸਕਦੇ ਹੋ, ਹਾਂਜੀ, PN ਜੰਕਸ਼ਨ ਡਾਇਓਡ, ਜਾਂ ਅਸੀਂ ਕਹਿ ਸਕਦੇ ਹਾਂ ਇਲੈਕਟ੍ਰੋਲਾਈਟ।
we can say that PN junction diode, or we can say it is electrolyte. Now come to next point. R is the resistance. It depends upon two factors. One is length and other is area. Resistance is directly proportional to length and inversely proportional to area. When we remove the proportionality constant, R is equal to rho L over A. ਇਹ ਤੁਹਾਨੂੰ ਇਹ ਫਾਰਮੂਲਾ ਆਲਰੇਡੀ ਕਰਾਇਆ ਹੈ. R ਦਾ ਮਤਲਬ resistance, ਜਿਹੜਾ rho ਹੈ constant, ਇਹਨੂੰ ਬੋਲਦੇ ਆ resistivity. It is also called specific resistance. resistance length ਤੇ depend ਕਰਦਾ ਹੈ. ਜਿੰਨੀ length ਜ਼ਿਆਦਾ ਹੋਏਗੀ resistance ਜ਼ਿਆਦਾ ਹੋਏਗਾ, ਤੇ ਜਿੰਨਾ ਏਰੀਆ ਆਫ ਕ੍ਰੋਸ ਸੈਕਸ਼ਨ ਜ਼ਿਆਦਾ ਹੋਏਗਾ ਓਨੀ ਰੈਜ਼ਿਸਟੈਂਸ ਜਿਹੜੀ ਹੈ ਉਹ ਘੱਟ ਹੋਏਗੀ. ਤੇ ਰੋ ਜਿਹੜਾ ਹੈ ਇਟ ਇਜ਼ ਰੈਜ਼ਿਸਟਿਵਿਟੀ, ਤੇ ਰੈਜ਼ਿਸਟਿਵਿਟੀ ਦਾ ਜਿਹੜਾ ਯੂਨਿਟ ਹੈ ਇਹਨੂੰ ਯਾਦ ਕਰ ਲਓ, ਇਟ ਇਜ਼ ਓਮ ਮੀਟਰ. ਵਾਟ ਇਜ਼ ਦ ਯੂਨਿਟ ਆਫ ਰੈਜ਼ਿਸਟਿਵਿਟੀ? ਓਮ ਮੀਟਰ. ਇਹਨੂੰ ਅਸੀਂ ਸਪੈਸੀਫਿਕ ਰੈਜ਼ਿਸਟੈਂਸ ਵੀ ਬੋਲਦੇ ਆ. ਇਹਦਾ ਯੂਨਿਟ ਓਮ ਤੇ ਇਹਦਾ ਯੂਨਿਟ ਹੈਗਾ, ਧਿਆਨ ਰੱਖਣਾ ਹੈ, ਓਮ ਮੀਟਰ. ਕਲੀਅਰ? ਜੇ ਅਸੀਂ ਲੈਂਥ ਵਧਾ ਦਈਏ, ਏਰੀਆ ਵਧਾ ਦਈਏ, ਘਟਾ ਦਈਏ, ਫਰਕ ਪਏਗਾ ਸਿਰਫ ਰੈਜ਼ਿਸਟੈਂਸ ਤੇ. ਰੈਜ਼ਿਸਟਿਵਿਟੀ ਇਜ਼ ਅ ਕਾਂਸਟੈਂਟ. ਇਹਦੀ ਜਿਹੜੀ ਆ ਵੈਲਿਊ ਜਿਹੜੀ ਆ ਸਾਈਜ਼ ਦੇ ਉੱਤੇ, ਏਰੀਏ ਦੇ ਉੱਪਰ ਜਿਹੜੀ ਆ ਕੰਡਕਟਰ ਤੇ ਡਿਪੈਂਡ ਨਹੀਂ ਕਰਦੀ. ਮੈਂ ਕਹਾਂ ਤੁਹਾਨੂੰ ਕਿ ਲੈਂਥ ਅਸੀਂ ਡਬਲ ਕਰਤੀ, ਠੀਕ ਹੈ, ਏਰੀਆ ਅਸੀਂ ਹਾਫ ਕਰਤਾ, ਨਵੀਂ ਰੈਜ਼ਿਸਟਿਵਿਟੀ ਕੀ ਹੋਏਗੀ? ਵਾਟ ਵਿਲ ਬੀ ਦ ਨਿਊ ਰੈਜ਼ਿਸਟਿਵਿਟੀ? then you will say it will remain same because it is independent to the dimensions. ਉਹਦੀਆਂ ਸਾਈਜ਼ ਤੇ ਲੈਂਥ ਤੇ ਡਿਪੈਂਡ ਨਹੀਂ ਕਰਦੀ. ਧਿਆਨ ਰੱਖਣਾ ਹੈ. ਆਮ ਤੌਰ ਤੇ ਇਹ ਕੁਐਸਚਨ ਬਹੁਤ ਵਾਰੀ ਰਿਪੀਟ ਹੁੰਦਾ ਹੈ. ਲੈਂਥ ਵੱਧ ਗਈ, ਠੀਕ ਹੈ, ਏਰੀਆ ਘਟ ਗਿਆ, ਵੱਧ ਗਿਆ, ਰੈਜ਼ਿਸਟਿਵਿਟੀ ਨਵੀਂ ਫਾਈਂਡ ਕਰੋ, ਨਿਊ ਰੈਜ਼ਿਸਟਿਵਿਟੀ. ਇਹ ਯਾਦ ਰੱਖਣਾ, ਨੋ ਚੇਂਜ. ਮੋਸਟ ਇੰਪੋਰਟੈਂਟ ਕੁਐਸਚਨ ਜੇ ਹੋ ਸਕਦਾ ਤੁਹਾਡੇ ਪੇਪਰ ਵਿੱਚ ਆਏ. ਰੈਜ਼ਿਸਟਿਵਿਟੀ ਇੰਡੀਪੈਂਡੈਂਟ, ਕਲੀਅਰ, ਲੈਂਥ ਦੇ ਤੇ ਏਰੀਆ ਤੇ ਆ ਡਿਪੈਂਡ ਕਰਦੀ ਜੇ, ਆ ਡਿਪੈਂਡ ਜਿਹੜੀ ਹੈ ਉਹ ਨਹੀਂ ਕਰਦੀ. ਜਿਹੜਾ ਰੋ ਦਾ ਫਾਰਮੂਲਾ ਹੈ, ਇੱਕ ਤੁਸੀਂ ਆ ਵੀ ਯਾਦ ਰੱਖਣਾ ਹੈ, m over n e square tau. ਰੈਜ਼ਿਸਟਿਵਿਟੀ ਦਾ ਫਾਰਮੂਲਾ ਆਲਰੇਡੀ ਤੁਸੀਂ ਪ੍ਰੂਵ ਕੀਤਾ ਹੈ, m over n e square tau. ਫਿਰ ਰੈਜ਼ਿਸਟਿਵਿਟੀ ਡਿਪੈਂਡ ਕਿਹਦੇ ਉੱਤੇ ਕਰਦੀ ਹੈ? ਇੱਕ ਤੇ ਰੈਜ਼ਿਸਟਿਵਿਟੀ ਡਿਪੈਂਡ ਕਰਦੀ ਹੈ ਨੇਚਰ ਆਫ ਮਟੀਰੀਅਲ ਤੇ. ਹਰ ਇੱਕ ਮਟੀਰੀਅਲ ਦੀ ਆਪਣੀ ਆਪਣੀ ਵੈਲਿਊ ਹੈ. ਕਾਪਰ ਦੀ ਹੋਰ ਹੋਏਗੀ, ਸਿਲਵਰ ਦੀ ਹੋਰ ਹੈ. ਕਲੀਅਰ? ਰੈਜ਼ਿਸਟਿਵਿਟੀ ਡਿਪੈਂਡ ਕਰਦੀ ਨੇਚਰ ਆਫ ਮਟੀਰੀਅਲ, ਜਿਹਨੂੰ ਅਸੀਂ ਬੋਲਦੇ ਆ n, ਕਿਉਂਕਿ ਹਰ ਵਿੱਚ ਨੰਬਰ ਡੈਂਸਿਟੀ ਇਲੈਕਟ੍ਰੋਨ ਦੀ ਵੱਖਰੀ ਵੱਖਰੀ ਹੈ. ਰੈਜ਼ਿਸਟਿਵਿਟੀ ਡਿਪੈਂਡ ਕਰਦੀ ਹੈ ਐਵਰੇਜ ਰਿਲੈਕਸੇਸ਼ਨ ਟਾਈਮ, ਤੇ ਇਹ ਡਿਪੈਂਡ ਕਰਦਾ ਟੈਂਪਰੇਚਰ ਤੇ. ਇਹਦਾ ਮਤਲਬ ਰੈਜ਼ਿਸਟਿਵਿਟੀ ਡਿਪੈਂਡ ਕਰਦੀ ਹੈ ਨੰਬਰ 1 ਕਾਦੇ ਉੱਤੇ? ਟੈਂਪਰੇਚਰ ਤੇ. ਰੈਜ਼ਿਸਟਿਵਿਟੀ ਡਿਪੈਂਡ ਕਰਦੀ ਹੈ ਰਿਲੈਕਸੇਸ਼ਨ ਟਾਈਮ ਦੇ ਉੱਪਰ, ਤੇ ਰੈਜ਼ਿਸਟਿਵਿਟੀ ਜਿਹੜੀ ਹੈ ਉਹ ਡਿਪੈਂਡ ਕਰਦੀ ਹੈ ਨੇਚਰ ਆਫ ਮਟੀਰੀਅਲ. ਪਰ ਰੈਜ਼ਿਸਟਿਵਿਟੀ ਇੰਡੀਪੈਂਡੈਂਟ ਹੁੰਦੀ ਹੈ ਲੈਂਥ ਤੇ ਏਰੀਏ ਦੇ. ਇਹ ਦੋਨਾਂ ਤੋਂ ਜਿਹੜੀ ਹੈ ਰੈਜ਼ਿਸਟਿਵਿਟੀ ਜਿਹੜੀ ਹੈ ਸਾਡੀ ਉਹ ਇੰਡੀਪੈਂਡੈਂਟ ਹੁੰਦੀ ਹੈ. ਕਲੀਅਰ? ਜੇ ਮੈਂ ਬੋਲਾਂ ਰੈਜ਼ਿਸਟੈਂਸ ਦਾ ਰੈਸੀਪ੍ਰੋਕਲ, ਤੁਸੀਂ ਬੋਲਣਾ ਹੈ ਕੰਡਕਟੈਂਸ. ਤੇ ਜੇ ਮੈਂ ਬੋਲਾਂ ਰੈਜ਼ਿਸਟਿਵਿਟੀ ਦਾ ਰੈਸੀਪ੍ਰੋਕਲ ਕੀ ਹੁੰਦਾ ਹੈ, ਤੇ ਤੁਸੀਂ ਉੱਥੇ ਬੋਲ ਸਕਦੇ ਹੋ ਕੰਡਕਟਿਵਿਟੀ. ਹਾਂਜੀ, ਕਲੀਅਰ? ਕੰਡਕਟੈਂਸ ਕਿਹਦਾ ਉਲਟ ਹੁੰਦਾ ਹੈ? ਰੈਜ਼ਿਸਟੈਂਸ ਦਾ. ਕੰਡਕਟੈਂਸ ਰੈਜ਼ਿਸਟੈਂਸ ਦਾ ਉਲਟ, ਜਿਹਦਾ ਯੂਨਿਟ ਓਮ ਇਨਵਰਸ ਹੋਏਗਾ, ਇਹਨੂੰ ਅਸੀਂ ਮੋ ਵੀ ਬੋਲਦੇ ਹਾਂ. ਰੈਜ਼ਿਸਟਿਵਿਟੀ ਦਾ ਉਲਟ ਕੰਡਕਟਿਵਿਟੀ, ਇਹਨੂੰ ਅਸੀਂ ਸਿਗਮਾ ਨਾਲ ਲਿਖਦੇ ਹਾਂ, ਓਮ ਇਨਵਰਸ ਮੀਟਰ ਇਨਵਰਸ. ਹਾਂਜੀ, ਕਲੀਅਰ? V IR, ਇਹ ਸਾਡਾ ਕੀ ਸੀਗਾ? ਓਮਸ ਲਾ. ਇੱਕ J is equal to sigma E ਹੁੰਦਾ ਫਾਰਮੂਲਾ, ਇਹਨੂੰ ਬੋਲਦੇ ਆ ਮਾਈਕਰੋਸਕੋਪਿਕ ਫਾਰਮ ਆਫ ਓਮਸ ਲਾ. This is a microscopic form of Ohm's law. J ਨੂੰ ਅਸੀਂ ਬੋਲਦੇ ਆ ਕਰੰਟ ਡੈਂਸਿਟੀ, ਤੇ ਕਰੰਟ ਡੈਂਸਿਟੀ ਯਾਦ ਰੱਖਣਾ ਜੇ, ਇਟ ਇਜ਼ ਅ ਵੈਕਟਰ ਕੁਆਂਟੀਟੀ. ਜਿਹੜਾ ਕਰੰਟ ਹੈ ਉਹ ਸਕੇਲਰ ਹੈ, ਕਰੰਟ ਡੈਂਸਿਟੀ ਜਿਹੜੀ ਹੈ ਉਹ ਵੈਕਟਰ ਕੁਆਂਟੀਟੀ ਹੈ. ਸਿਗਮਾ ਸਾਡੀ ਕੰਡਕਟਿਵਿਟੀ, E ਜਿਹੜਾ ਹੈ ਸਾਡਾ ਇਲੈਕਟ੍ਰਿਕ ਫੀਲਡ ਹੁੰਦਾ. ਨਾਓ ਆਈ ਥਿੰਕ ਤੁਹਾਨੂੰ ਇੱਥੇ ਤੱਕ ਸਾਰਾ ਜਿਹੜਾ ਹੈ ਇਹ ਕਲੀਅਰ ਹੋ ਗਿਆ. ਨਾਓ ਨੈਕਸਟ ਪੁਆਇੰਟ ਜਿਹੜਾ ਹੈ, ਜਿਹੜਾ ਅਸੀਂ ਹੁਣ ਡਿਸਕਸ ਕਰਨ ਜਾ ਰਹੇ ਹਾਂ, ਉਹ ਕੀ ਹੈ ਸਾਡਾ ਪੁਆਇੰਟ? ਕਿ ਸਾਡੇ ਕੋਲ ਜਿਹੜਾ ਹੈ ਇੱਕ ਟਰਮ ਹੁੰਦੀ ਹੈ ਅਲਫਾ, ਜਿਹਨੂੰ ਅਸੀਂ ਬੋਲਦੇ ਹਾਂ ਟੈਂਪਰੇਚਰ ਕੋਐਫੀਸ਼ੀਐਂਟ ਆਫ ਰੈਜ਼ਿਸਟੈਂਸ. ਵੈਰੀ ਵੈਰੀ ਇੰਪੋਰਟੈਂਟ ਪੁਆਇੰਟ ਹੈ, ਇਹਨੂੰ ਤੁਸੀਂ ਨੋਟ ਕਰਨਾ ਹੈ. ਅਲਫਾ ਮੀਨਸ ਟੈਂਪਰੇਚਰ ਕੋਐਫੀਸ਼ੀਐਂਟ ਆਫ ਰੈਜ਼ਿਸਟੈਂਸ, ਤੇ ਇਹਦਾ ਜਿਹੜਾ ਫਾਰਮੂਲਾ ਹੁੰਦਾ ਹੈ RT minus R0 over R0 into rise in temperature. Change in resistance over original resistance into rise in temperature. ਇਹਦਾ ਜਿਹੜਾ ਯੂਨਿਟ ਹੈ it is
डिग्री सैल्सियस इनवर्स ਜਾਂ ਕੈਲਵਿਨ ਇਨਵਰਸ ਹੁੰਦਾ। ਟੈਂਪਰੇਚਰ ਕੋਫੀਸ਼ੀਐਂਟ ਆਫ ਰੈਜ਼ਿਸਟੈਂਸ ਦਾ ਯੂਨਿਟ ਕੈਲਵਿਨ ਇਨਵਰਸ ਜਾਂ ਅਸੀਂ ਬੋਲਦੇ ਹਾਂ ਡਿਗਰੀ ਸੈਲਸੀਅਸ ਇਨਵਰਸ। ਹਾਂਜੀ ਠੀਕ, ਇਹ ਤਿੰਨ ਤਰ੍ਹਾਂ ਦੇ ਹੁੰਦੇ ਨੇ। ਇੱਕ ਸਾਡੇ ਕੋਲ ਹੁੰਦਾ ਹੈ ਪੋਜ਼ਿਟਿਵ ਟੈਂਪਰੇਚਰ ਕੋਫੀਸ਼ੀਐਂਟ ਆਫ ਰੈਜ਼ਿਸਟੈਂਸ, ਇੱਕ ਹੁੰਦਾ ਹੈ ਨੈਗੇਟਿਵ, ਇੱਕ ਹੁੰਦਾ ਹੈ ਸਾਡੇ ਕੋਲ ਲੋ ਟੈਂਪਰੇਚਰ ਕੋਫੀਸ਼ੀਐਂਟ ਆਫ ਰੈਜ਼ਿਸਟੈਂਸ। ਜਿਹੜਾ ਪੋਜ਼ਿਟਿਵ ਟੈਂਪਰੇਚਰ ਕੋਫੀਸ਼ੀਐਂਟ ਆਫ ਰੈਜ਼ਿਸਟੈਂਸ ਹੁੰਦਾ ਹੈ, ਇਹਦਾ ਮਤਲਬ ਹੁੰਦਾ ਹੈ ਕਿ ਟੈਂਪਰੇਚਰ ਇੰਕਰੀਜ਼ ਹੋਏਗਾ ਤੇ ਰੈਜ਼ਿਸਟੈਂਸ ਵੀ ਇੰਕਰੀਜ਼ ਹੋਏਗੀ, ਪਲੱਸ ਚ ਇੱਕ ਵਧੇਗਾ ਦੂਸਰਾ ਵੀ ਵਧੇਗਾ। ਨੈਗੇਟਿਵ ਦਾ ਮਤਲਬ ਹੁੰਦਾ ਹੈ ਜੇਕਰ ਟੈਂਪਰੇਚਰ ਵਧੇਗਾ ਤੇ ਰੈਜ਼ਿਸਟੈਂਸ ਸਾਡੀ ਜਿਹੜੀ ਹੈ ਉਹ ਡਿਕਰੀਜ਼ ਹੋਏਗੀ। ਤੇ ਲੋ ਦਾ ਮਤਲਬ ਹੁੰਦਾ ਹੈ ਭਾਵੇਂ ਟੈਂਪਰੇਚਰ ਵਧੇ ਤੇ ਭਾਵੇਂ ਟੈਂਪਰੇਚਰ ਘਟੇ, ਰੈਜ਼ਿਸਟੈਂਸ ਦੇ ਉੱਤੇ ਥੋੜਾ ਬਹੁਤਾ ਫਰਕ ਪਏਗਾ, ਆਲਮੋਸਟ ਇੰਡੀਪੈਂਡੈਂਟ ਟੂ ਦਾ ਟੈਂਪਰੇਚਰ। ਹਾਂਜੀ ਕਲੀਅਰ। ਤਿੰਨ ਤਰ੍ਹਾਂ ਦੇ ਟੈਂਪਰੇਚਰ ਕੋਫੀਸ਼ੀਐਂਟ ਨੇ। ਇਹਦੇ ਵਿੱਚ ਸਾਡੇ ਕੋਲ ਸਾਰੀਆਂ ਮੈਟਲਸ ਆਉਂਦੀਆਂ ਨੇ। ਹਾਂਜੀ, ਪੋਜ਼ਿਟਿਵ ਟੈਂਪਰੇਚਰ ਕੋਫੀਸ਼ੀਐਂਟ ਹੁੰਦਾ ਹੈ ਮੈਟਲ ਦਾ। ਇਹਦੇ ਵਿੱਚ ਸਾਡੇ ਕੋਲ ਸੈਮੀ ਕੰਡਕਟਰਸ ਤੇ ਨਾਲ ਇਹਦੇ ਵਿੱਚ ਇਨਸੂਲੇਟਰ ਵੀ ਆ ਜਾਂਦੇ ਨੇ। ਟੈਂਪਰੇਚਰ ਵਧਾਈਏ ਤੇ ਰੈਜ਼ਿਸਟੈਂਸ ਘਟ ਜਾਂਦਾ ਹੈ। ਇਹਦੇ ਵਿੱਚ ਜਿੰਨੇ ਵੀ ਅਲੋਇਜ਼ ਨੇ ਉਹ ਸਾਡੇ ਕੋਲ ਆਉਂਦੇ ਨੇ ਲੋ ਟੈਂਪਰੇਚਰ ਕੋਫੀਸ਼ੀਐਂਟ ਆਫ ਰੈਜ਼ਿਸਟੈਂਸ ਦੇ ਵਿੱਚ ਆਉਂਦੇ ਨੇ। ਹਾਂਜੀ ਕਲੀਅਰ। ਜੇ ਮੈਂ ਬੋਲਾਂ ਕਾਪਰ ਦੀ ਤਾਰ ਗਰਮ ਹੋ ਗਈ ਕੀ ਹੋਏਗਾ? ਤੁਸੀਂ ਸੋਚਣਾ ਹੈ ਕਾਪਰ ਤੇ ਮੈਟਲ ਹੈ ਤੇ ਮੈਟਲ ਦਾ ਟੈਂਪਰੇਚਰ ਕੋਫੀਸ਼ੀਐਂਟ ਪੋਜ਼ਿਟਿਵ ਹੈ, ਇਹਦਾ ਮਤਲਬ ਜੇ ਤਾਰ ਗਰਮ ਹੋਗੀ ਉਹਦਾ ਰੈਜ਼ਿਸਟੈਂਸ ਵੀ ਵਧੇਗਾ। ਜੇ ਮੈਂ ਬੋਲਦਾ ਹਾਂ ਸੈਮੀ ਕੰਡਕਟਰ ਦੀ ਐਗਜ਼ਾਮਪਲ ਜਿਹੜੀ ਹੁੰਦੀ ਹੈ ਜਰਮੇਨੀਅਮ ਹੋ ਸਕਦੀ ਹੈ ਤੇ ਜਾਂ ਅਸੀਂ ਇਹਨੂੰ ਬੋਲਦੇ ਹਾਂ ਸਿਲੀਕਨ। ਜੇ ਇਹਨਾਂ ਦੀ ਐਗਜ਼ਾਮਪਲ ਮੈਂ ਦੇ ਦੇਵਾਂ ਤੇ ਤੁਸੀਂ ਕਹਿਣਾ ਹੈ ਤੇ ਸੈਮੀ ਕੰਡਕਟਰ ਨੇ, ਸੈਮੀ ਕੰਡਕਟਰ ਦਾ ਨੈਗੇਟਿਵ ਹੁੰਦਾ ਹੈ, ਕਹਿਣ ਦਾ ਮਤਲਬ ਟੈਂਪਰੇਚਰ ਇੰਕਰੀਜ਼ ਹੋਣ ਦੇ ਨਾਲ ਇਹਨਾਂ ਦੀ ਰੈਜ਼ਿਸਟੈਂਸ ਜਿਹੜੀ ਹੈ ਉਹ ਡਿਕਰੀਜ਼ ਹੋਏਗੀ। ਅਲੋਏ ਦੇ ਵਿੱਚ ਸਾਡੇ ਕੋਲ ਕਈ ਤਰ੍ਹਾਂ ਦੇ ਅਲੋਏ ਆਉਂਦੇ ਨੇ, ਜਿਵੇਂ ਨਿਕਰੋਮ ਆ ਗਿਆ, ਯੂਰੇਕਾ ਆ ਗਿਆ, ਕੌਨਸਟੈਂਟਨ ਆ ਗਿਆ, ਮੈਗਨੈਨਿਨ ਆ ਗਿਆ। ਜਿੰਨੇ ਵੀ ਅਲੋਇਜ਼ ਨੇ ਇਹਨਾਂ ਦਾ ਟੈਂਪਰੇਚਰ ਕੋਫੀਸ਼ੀਐਂਟ ਆਫ ਰੈਜ਼ਿਸਟੈਂਸ ਲੋ ਹੋਣ ਕਰਕੇ ਠੀਕ ਹੈ ਇਹਨਾਂ ਦੀ ਰੈਜ਼ਿਸਟੈਂਸ ਦੇ ਉੱਤੇ ਬਹੁਤਾ ਫਰਕ ਨਹੀਂ ਪੈਂਦਾ। ਹਾਂਜੀ ਕਲੀਅਰ ਹੈ। ਹੁਣ ਕੁਐਸਚਨ ਇਹ ਆਉਂਦਾ ਹੈ ਕਿ ਸਟੈਂਡਰਡ ਰੈਜ਼ਿਸਟੈਂਸ ਕੋਆਇਲ, ਅਸੀਂ ਸਟੈਂਡਰਡ ਰੈਜ਼ਿਸਟੈਂਸ ਕੋਆਇਲ ਕਾਦੇ ਬਣਦੇ ਨੇ? ਸਟੈਂਡਰਡ ਰੈਜ਼ਿਸਟੈਂਸ ਕੋਆਇਲ ਬਣਦੇ ਨੇ ਅਲੋਏ ਦੇ। ਸਟੈਂਡਰਡ ਰੈਜ਼ਿਸਟੈਂਸ, ਸਟੈਂਡਰਡ ਦਾ ਮਤਲਬ ਹੁੰਦਾ ਹੈ ਜੇ ਉਹਦੀ ਵੈਲਿਊ 3 ਓਮ ਹੈ ਨਾ ਤੇ ਹਮੇਸ਼ਾ 3 ਓਮ ਰਹਿਣੀ ਚਾਹੀਦੀ ਹੈ, ਚੇਂਜ ਨਹੀਂ ਹੋਣੀ ਚਾਹੀਦੀ ਕਿਉਂਕਿ ਸਟੈਂਡਰਡ ਹੈ। ਸਟੈਂਡਰਡ ਰੈਜ਼ਿਸਟੈਂਸ ਕੋਆਇਲ ਵਾਸਤੇ ਤੁਸੀਂ ਕਿਹੜੀ ਚੀਜ਼ ਵਰਤੋਗੇ? ਅਲੋਏ ਵਰਤਾਂਗੇ, ਕਿਉਂਕਿ ਭਾਵੇਂ ਉਹ ਗਰਮ ਹੋ ਜਾਣ ਭਾਵੇਂ ਠੰਡੇ ਹੋ ਜਾਣ ਉਹਨਾਂ ਦੀ ਰੈਜ਼ਿਸਟੈਂਸ ਜਿਹੜੀ ਹੈ ਹਮੇਸ਼ਾ ਫਿਕਸ ਰਹੇਗੀ। ਹਾਂਜੀ ਕਲੀਅਰ ਹੋ ਗਿਆ। ਉਹਦੇ ਵਾਸਤੇ ਆਪਾਂ ਅਲੋਏ ਵਰਤਦੇ ਹਾਂ। ਇੱਕ ਸਾਡੇ ਕੋਲ ਪ੍ਰੈਕਟੀਕਲਸ ਆਣਗੇ ਮੀਟਰ ਬ੍ਰਿਜ ਦਾ, ਇੱਕ ਪ੍ਰੈਕਟੀਕਲ ਆਏਗਾ ਪੋਟੈਂਸ਼ੀਓਮੀਟਰ ਦਾ। ਕਲੀਅਰ। ਮੀਟਰ ਬ੍ਰਿਜ ਦੇ ਵਿੱਚ ਜਿਹੜਾ ਹੈ, ਮੀਟਰ ਬ੍ਰਿਜ ਦੇ ਵਿੱਚ ਇੱਕ ਵਾਇਰ ਹੁੰਦੀ ਹੈ, ਉਹ ਕਾਦੀ ਬਣਦੀ ਹੈ? ਕੌਨਸਟੈਂਟਨ ਜਾਂ ਮੈਗਨੈਨਿਨ ਦੀ ਬਣਦੀ ਹੈ, ਉਹ ਵੀ ਅਲੋਏ ਹੈਗਾ। ਉਹ ਵਾਇਰ ਉੱਥੇ ਕਿਉਂ ਵਰਤੀ ਗਈ? ਕਿਉਂਕਿ ਵਾਇਰ ਨੇ ਜਦੋਂ ਗਰਮ ਹੋਣਾ ਹੈ ਉਹਦੀ ਰੈਜ਼ਿਸਟੈਂਸ ਦੇ ਉੱਤੇ ਕੋਈ ਫਰਕ ਨਹੀਂ ਪਏਗਾ। ਪੋਟੈਂਸ਼ੀਓਮੀਟਰ ਦੀ ਵਾਇਰ ਕਾਦੀ ਬਣਦੀ ਹੈ? ਮੈਗਨੈਨਿਨ ਤੇ ਹੋਰ ਕਾਦੀ ਬਣ ਸਕਦੀ ਹੈ? ਕੌਨਸਟੈਂਟਨ ਦੀ। ਕਲੀਅਰ। ਮੀਟਰ ਬ੍ਰਿਜ ਦੀ ਵਾਇਰ ਵੀ ਤੁਹਾਡੀ ਇਹਦੀ ਹੀ ਬਣਦੀ ਹੈ, ਮੈਗਨੈਨਿਨ ਤੇ ਕੌਨਸਟੈਂਟਨ ਦੀ, ਕਿਉਂਕਿ ਇਹਨਾਂ ਦਾ ਜਿਹੜਾ ਟੈਂਪਰੇਚਰ ਕੋਫੀਸ਼ੀਐਂਟ ਰੈਜ਼ਿਸਟੈਂਸ ਹੈਗਾ ਇਹਨਾਂ ਦਾ ਲੋ ਹੁੰਦਾ ਹੈ। ਨਾਓ ਕਮ ਟੂ ਦਾ ਨੈਕਸਟ ਪੁਆਇੰਟ। ਸਾਡੇ ਕੋਲ ਜਿਹੜਾ ਨੈਕਸਟ ਪੁਆਇੰਟ ਆਂਦਾ ਹੈ ਕਿ ਇੰਟਰਨਲ ਰੈਜ਼ਿਸਟੈਂਸ ਆਫ ਸੈੱਲ ਕੀ ਚੀਜ਼ ਹੁੰਦੀ ਹੈ? ਸੈੱਲ ਦਾ ਆਪਣਾ ਇੰਟਰਨਲ ਰੈਜ਼ਿਸਟੈਂਸ। ਜਦੋਂ ਵਾਇਰ ਵਿੱਚੋਂ ਕਰੰਟ ਫਲੋ ਕਰਦਾ ਹੈ, ਪਹਿਲਾਂ ਵੀ ਦੱਸਿਆ ਸਟਾਰਟਿੰਗ ਤੇ, ਵਾਇਰ ਵਿੱਚੋਂ ਕਰੰਟ ਫਲੋ ਕਰੇਗਾ ਪੋਜ਼ਿਟਿਵ ਟੂ ਨੈਗੇਟਿਵ, ਪਰ ਜਦੋਂ ਕਰੰਟ ਨੇ ਸੈੱਲ ਦੇ ਵਿੱਚੋਂ ਜਾਣਾ ਹੁੰਦਾ ਹੈ ਤੇ ਸੈੱਲ ਦੇ ਵਿੱਚੋਂ ਜਦੋਂ ਕਰੰਟ ਲੰਘਦਾ ਹੈ ਤੇ ਉਹਨੂੰ ਇਲੈਕਟ੍ਰੋਲਾਈਟ ਦੇ ਵਿੱਚੋਂ ਦੀ ਲੰਘਣਾ ਪੈਂਦਾ ਹੈ। ਉਦੋਂ ਇਲੈਕਟ੍ਰੋਲਾਈਟ ਉਹਦੇ ਵਾਸਤੇ ਰੈਜ਼ਿਸਟੈਂਸ ਆਫਰ ਕਰਦਾ ਹੈ, ਉਹਨੂੰ ਅਸੀਂ ਬੋਲਦੇ ਹਾਂ ਇੰਟਰਨਲ ਰੈਜ਼ਿਸਟੈਂਸ। ਇੰਟਰਨਲ ਰੈਜ਼ਿਸਟੈਂਸ ਨੂੰ ਅਸੀਂ ਸਮਾਲ r ਦੇ ਨਾਲ ਜਿਹੜਾ ਹੈ ਆਪਾਂ ਉਹਨੂੰ ਡਿਨੋਟ ਕਰਦੇ ਹਾਂ ਤੇ ਸਮਾਲ r ਦਾ ਜਿਹੜਾ ਫਾਰਮੂਲਾ ਹੈ ਤੁਸੀਂ ਯਾਦ ਕਰਨਾ ਹੈ E/V - 1 ਕੈਪੀਟਲ R। ਇੱਥੇ E ਜਿਹੜਾ ਹੈ ਸਾਡੀ EMF ਹੈ, ਇਹ ਪੋਟੈਂਸ਼ੀਅਲ ਡਿਫਰੈਂਸ ਹੈ, ਇਹ ਸਾਡੇ ਕੋਲ ਹੈਗਾ ਐਕਸਟਰਨਲ ਰੈਜ਼ਿਸਟੈਂਸ, ਇਹ ਹੈਗਾ ਸਾਡਾ ਇੰਟਰਨਲ ਰੈਜ਼ਿਸਟੈਂਸ। ਇੰਟਰਨਲ ਰੈਜ਼ਿਸਟੈਂਸ ਕਿਹਦਾ ਹੁੰਦਾ ਹੈ? ਸੈੱਲ ਦਾ ਹੁੰਦਾ ਹੈ। ਹਾਂਜੀ ਕਲੀਅਰ। ਤੇ ਕਰੰਟ ਕਿੱਧਰ ਨੂੰ ਫਲੋ ਕਰਦਾ ਸੈੱਲ ਵਿੱਚੋਂ? ਨੈਗੇਟਿਵ ਟੂ ਪੋਜ਼ਿਟਿਵ ਡਾਇਰੈਕਸ਼ਨ 'ਚ ਜਾਂਦਾ ਹੈ। ਇੰਟਰਨਲ ਰੈਜ਼ਿਸਟੈਂਸ ਕਿਉਂ ਪੈਦਾ ਹੁੰਦਾ ਹੈ? ਇਲੈਕਟ੍ਰੋਲਾਈਟ ਕਰਕੇ ਪੈਦਾ ਹੁੰਦਾ ਹੈ। ਇਲੈਕਟ੍ਰੋਡ ਦੀ ਨੇਚਰ ਤੇ ਡਿਪੈਂਡ ਕਰਦਾ ਹੈ, ਇਲੈਕਟ੍ਰੋਲਾਈਟ ਦੀ ਨੇਚਰ ਤੇ ਡਿਪੈਂਡ ਕਰਦਾ ਹੈ। ਤੇ ਅਨੋਡ ਤੇ ਕੈਥੋਡ, ਇਹ ਜਿਹੜੇ ਅੰਦਰ ਜਿਹੜੇ ਇਲੈਕਟ੍ਰੋਡ ਲੱਗਨੇ, ਇਹਨਾਂ ਦੇ ਸੈਪਰੇਸ਼ਨ ਦੇ ਉੱਤੇ ਵੀ ਜਿਹੜਾ ਹੈ ਇੰਟਰਨਲ ਰੈਜ਼ਿਸਟੈਂਸ ਸਾਡਾ ਜਿਹੜਾ ਹੈ ਉਹ ਡਿਪੈਂਡ ਕਰਦਾ ਹੈ।
ਇੰਟਰਨਲ ਰੈਜ਼ਿਸਟੈਂਸ ਜਦੋਂ ਫਰੈਸ਼ਲੀ ਪ੍ਰਪੇਅਰਡ ਸੈੱਲ ਹੁੰਦਾ ਉਹਦਾ ਇੰਟਰਨਲ ਰੈਜ਼ਿਸਟੈਂਸ ਘੱਟ ਹੁੰਦਾ ਜਿਉਂ-ਜਿਉਂ ਸੈੱਲ ਨੂੰ ਅਸੀਂ ਵਰਤਦੇ ਜਾਂਦੇ ਆ ਉਹਦਾ ਇੰਟਰਨਲ ਰੈਜ਼ਿਸਟੈਂਸ ਜਿਹੜਾ ਹੈ ਉਹ ਵੱਧਦਾ ਜਾਂਦਾ ਹੈ। ਤੇ ਸਾਡੇ ਕੋਲ ਇੱਕ ਫਾਰਮੂਲਾ ਤੁਸੀਂ ਇਹਨੂੰ ਆਪਣੇ ਮਾਈਂਡ 'ਚ ਰੱਖੋ, E V E IR। ਇਹ ਰਿਲੇਸ਼ਨ ਹੈਗਾ ਜੀ ਪੋਟੈਂਸ਼ੀਅਲ ਡਿਫਰੈਂਸ ਤੇ EMF ਦੇ ਵਿੱਚ ਰਿਲੇਸ਼ਨ ਹੈ। ਪੋਟੈਂਸ਼ੀਅਲ ਡਿਫਰੈਂਸ ਜਿਹੜਾ ਹੈ EMF ਨਾਲੋਂ ਇੰਨਾ ਘੱਟ ਹੁੰਦਾ ਹੈ, ਇਹਨੂੰ ਬੋਲਦੇ ਆ ਪੋਟੈਂਸ਼ੀਅਲ ਡ੍ਰੌਪ। ਜਿਹੜਾ ਪੋਟੈਂਸ਼ੀਅਲ ਵੇਸਟ ਹੋ ਜਾਂਦਾ, ਲੌਸਟ ਹੋ ਜਾਂਦਾ, ਇਹਨੂੰ ਬੋਲਦੇ ਆ ਪੋਟੈਂਸ਼ੀਅਲ ਡ੍ਰੌਪ। ਹਾਂਜੀ, V ਤੇ E ਵਿੱਚ ਵੱਡਾ ਕੌਣ ਹੁੰਦਾ ਹੈ? EMF ਵੱਡੀ ਹੁੰਦੀ ਹੈ। EMF ਵਿੱਚੋਂ ਇੰਨਾ ਮਾਈਨਸ ਕਰੋਗੇ ਤੇ V ਆਏਗਾ। Which one is more? Potential difference is less and EMF is more। ਕੋਈ ਕਿਹੜੀ ਜ਼ਿਆਦਾ ਹੁੰਦੀ ਹੈ? EMF ਜ਼ਿਆਦਾ ਹੁੰਦੀ ਹੈ ਕਿਹਦੇ ਨਾਲੋਂ? ਪੋਟੈਂਸ਼ੀਅਲ ਡਿਫਰੈਂਸ ਨਾਲੋਂ। ਹਾਂਜੀ ਕਲੀਅਰ। ਪਰ ਇਹ ਧਿਆਨ ਰੱਖਣਾ ਹੈ ਕਿ ਜਦੋਂ ਬੈਟਰੀ ਵਿੱਚੋਂ ਕਰੰਟ ਸਪਲਾਈ ਹੋ ਰਿਹਾ ਹੈ, ਜਦੋਂ ਕਰੰਟ ਅਸੀਂ ਡਰਾ ਕਰਦੇ ਹਾਂ, ਮਤਲਬ ਸੈੱਲ ਨੂੰ ਯੂਜ਼ ਕਰ ਰਹੇ ਹਾਂ ਸਰਕਟ ਦੇ ਵਿੱਚ, ਉਦੋਂ ਪੋਟੈਂਸ਼ੀਅਲ ਡਿਫਰੈਂਸ ਜਿਹੜਾ ਹੈ ਸਾਡਾ ਘੱਟ ਹੁੰਦਾ ਹੈ। ਕਿਹਦੇ ਨਾਲੋਂ ਘੱਟ ਹੁੰਦਾ ਹੈ? EMF ਦੇ ਨਾਲੋਂ। ਪਰ ਜਦੋਂ ਅਸੀਂ ਸੈੱਲ ਦੀ ਚਾਰਜਿੰਗ ਕਰਦੇ ਹਾਂ, ਉਦੋਂ ਇਹ ਫਾਰਮੂਲਾ ਧਿਆਨ ਰੱਖਣਾ ਹੈ, ਉਲਟ ਹੋ ਜਾਂਦਾ ਹੈ। ਉਦੋਂ ਇੱਥੇ ਪਲੱਸ ਪਏਗਾ ਜੇ, ਤੇ ਧਿਆਨ ਰੱਖਣਾ ਉਦੋਂ ਪੋਟੈਂਸ਼ੀਅਲ ਡਿਫਰੈਂਸ ਜ਼ਿਆਦਾ ਹੁੰਦਾ ਹੈ। ਡਿਊਰਿੰਗ ਡਿਸਚਾਰਜਿੰਗ ਪੋਟੈਂਸ਼ੀਅਲ ਡਿਫਰੈਂਸ ਘੱਟ ਹੋਏਗਾ। ਠੀਕ ਹੈ, ਉਹ ਫਾਰਮੂਲਾ ਆ ਵਾਲਾ ਡਿਊਰਿੰਗ ਡਿਸਚਾਰਜਿੰਗ ਆ ਫਾਰਮੂਲਾ, ਤੇ ਡਿਊਰਿੰਗ ਚਾਰਜਿੰਗ ਉਦੋਂ ਇਹ ਫਾਰਮੂਲਾ ਆਏਗਾ। ਚਾਰਜਿੰਗ ਵੇਲੇ ਪੋਟੈਂਸ਼ੀਅਲ ਡਿਫਰੈਂਸ ਸਾਡਾ ਜਿਹੜਾ ਹੈ ਉਹਦੇ ਨਾਲੋਂ ਜਿਹੜਾ ਹੈ ਸਾਡੇ ਕੋਲ ਉਹ ਜ਼ਿਆਦਾ ਆਏਗਾ। ਹਾਂਜੀ, ਇੱਥੋਂ ਤੱਕ ਤੁਹਾਨੂੰ ਜਿਹੜਾ ਹੈ ਸਾਰਾ ਇਹ ਚੈਪਟਰ ਜਿਹੜਾ ਹੈ ਆਈ ਥਿੰਕ ਕਿ ਤੁਹਾਨੂੰ ਇਹ ਸਾਰਾ ਕਲੀਅਰ ਹੋ ਗਿਆ। ਠੀਕ ਹੈ, ਨਾਓ ਕਮ ਟੂ ਨੈਕਸਟ ਪੁਆਇੰਟ। ਨਾਓ the next point is the combination of resistances। resistance ਨੂੰ ਅਸੀਂ ਜਿਹੜਾ ਹੈ ਸੀਰੀਜ਼ 'ਚ ਤੇ ਅਸੀਂ ਰੈਜ਼ਿਸਟੈਂਸ ਨੂੰ ਪੈਰਲਲ ਦੇ ਵਿੱਚ ਅਸੀਂ ਜਿਹੜਾ ਹੈ ਜੋੜ ਸਕਦੇ ਹਾਂ। ਮੰਨ ਲਓ ਵੀ ਸਾਡੇ ਕੋਲ ਨੰਬਰ ਆਫ ਰੈਜ਼ਿਸਟੈਂਸ ਅਸੀਂ ਕਾਹਦੇ 'ਚ ਜੋੜ ਦਿੰਦੇ ਆਪਾਂ? ਸੀਰੀਜ਼ ਦੇ ਵਿੱਚ। ਤੇ ਸੀਰੀਜ਼ ਦੀ ਜਿਹੜੀ ਪਹਿਚਾਨ ਹੈ ਸਾਨੂੰ ਪਤਾ ਹੈ, ਐਂਡ ਟੂ ਐਂਡ ਜਿਹੜਾ ਹੈ ਅਸੀਂ ਰੈਜ਼ਿਸਟੈਂਸ ਨੂੰ ਜੋੜ ਦਾਂਗੇ। ਮੰਨ ਲਓ ਇਹ R1 ਹੈ, ਇਹ R2 ਤੇ ਇਹ R3, ਤੇ ਟੋਟਲ ਰੈਜ਼ਿਸਟੈਂਸ ਕੱਢਣ ਦਾ ਜਿਹੜਾ ਫਾਰਮੂਲਾ ਹੁੰਦਾ ਹੈ ਇਟ ਵਿਲ ਬੀ R1 plus R2 plus R3 plus so on। ਇਹ ਸੀਰੀਜ਼ ਕੰਬੀਨੇਸ਼ਨ ਦਾ ਟੋਟਲ ਰੈਜ਼ਿਸਟੈਂਸ ਸਿੱਧਾ ਹੀ ਪਲੱਸ ਕਰਨਾ ਹੈ। ਹਾਂਜੀ ਕਲੀਅਰ। ਹੁਣ ਕੁਝ ਪੁਆਇੰਟ ਨੇ ਜਿਹੜੇ ਤੁਸੀਂ ਆਪਣੇ ਮਾਈਂਡ 'ਚ ਰੱਖਣੇ ਆ। ਸੀਰੀਜ਼ ਕੰਬੀਨੇਸ਼ਨ ਦੇ ਵਿੱਚ ਨੰਬਰ 1, ਕਰੰਟ ਬੇਟਾ ਸੇਮ ਰਹਿੰਦਾ ਜੀ। ਹਰ ਇੱਕ ਰੈਜ਼ਿਸਟੈਂਸ ਵਿੱਚੋਂ ਕਰੰਟ ਦੀ ਵੈਲਿਊ ਜਿਹੜੀ ਹੈ ਉਹ ਸੇਮ ਹੋਏਗੀ। ਜਿੰਨਾ ਕਰੰਟ R1 ਚ ਹੋਏਗਾ ਓਨਾ ਹੀ R2 ਓਨਾ ਹੀ R3 ਦੇ ਵਿੱਚ ਹੋਏਗਾ। ਸੀਰੀਜ਼ ਕੰਬੀਨੇਸ਼ਨ ਦੇ ਵਿੱਚ ਜਿਹੜਾ ਸਾਡਾ ਪੋਟੈਂਸ਼ੀਅਲ ਹੈ ਉਹ ਡਿਵਾਈਡ ਹੋ ਜਾਂਦਾ ਜੀ। ਸੀਰੀਜ਼ ਕੰਬੀਨੇਸ਼ਨ ਦੇ ਵਿੱਚ ਪੋਟੈਂਸ਼ੀਅਲ ਡਿਵਾਈਡ ਹੋਏਗਾ ਤੇ ਕਰੰਟ ਦੀ ਵੈਲਿਊ ਜਿਹੜੀ ਹੈ ਸਾਡੀ ਸੇਮ ਰਹੇਗੀ। ਤੇ ਹੋਰ ਇੱਕ ਪੁਆਇੰਟ ਯਾਦ ਰੱਖਣਾ ਹੈ ਕਿ ਸੀਰੀਜ਼ ਕੰਬੀਨੇਸ਼ਨ ਦੇ ਵਿੱਚ ਜਿਹੜਾ ਟੋਟਲ ਰੈਜ਼ਿਸਟੈਂਸ ਆਏਗਾ ਉਹ ਗ੍ਰੇਟਰ, ਜਿਹੜਾ ਇਹਨਾਂ ਵਿੱਚ ਸਭ ਨਾਲੋਂ ਗ੍ਰੇਟਰ ਹੈ ਨਾ ਉਹਦੇ ਨਾਲੋਂ ਵੀ ਜ਼ਿਆਦਾ ਆਏਗਾ। ਮੰਨ ਲਓ ਵੀ ਇੱਕ ਰੈਜ਼ਿਸਟੈਂਸ ਹੈਗਾ ਇਹ 5 ਓਮ ਦਾ ਹੈ, ਮੰਨ ਲਓ ਇਹ 2 ਓਮ ਦਾ ਹੈ, ਇਹ ਸਾਡੇ ਕੋਲ ਜਿਹੜਾ ਹੈ 3 ਓਮ ਦਾ ਹੈ, ਤੇ ਟੋਟਲ ਰੈਜ਼ਿਸਟੈਂਸ ਕਿੰਨਾ ਆਏਗਾ? ਪਲੱਸ ਕਰ ਲਓ 5 ਤੇ 2 7 ਤੇ 3 ਕਿੰਨਾ ਆਇਆ? 10। ਟੋਟਲ ਰੈਜ਼ਿਸਟੈਂਸ ਸਾਡੇ ਕੋਲ ਆ ਗਿਆ ਇੱਥੇ 10 ਓਮ। ਪਰ ਦੇਖੋ ਸਭ ਨਾਲੋਂ ਵੱਡਾ ਕਿਹੜਾ ਹੈ? 5। ਤੇ ਸਾਡਾ ਆਨਸਰ ਦੇਖੋ 5 ਨਾਲੋਂ ਵੀ ਜ਼ਿਆਦਾ ਆਏਗਾ। ਇਹ ਪੁਆਇੰਟ ਤੁਸੀਂ ਜਿਹੜੇ ਨੇ ਆਪਣੇ ਮਾਈਂਡ 'ਚ ਰੱਖਣੇ। ਰੈਜ਼ਿਸਟੈਂਸ ਵਧਾਉਣਾ ਚਾਹੁੰਦੇ ਹੋ ਤੇ ਇਹਨਾਂ ਨੂੰ ਤੁਸੀਂ ਜਿਹੜਾ ਹੈ ਸੀਰੀਜ਼ ਵਿੱਚ ਅਸੀਂ ਜੋੜ ਸਕਦੇ ਹਾਂ। ਤੇ ਇੱਕ ਦੂਜਾ ਮੈਥਡ ਹੁੰਦਾ ਹੈ, ਸਾਨੂੰ ਪਤਾ ਹੈ ਦੂਜਾ ਮੈਥਡ ਇਟ ਇਜ਼ ਅ ਪੈਰਲਲ, ਹਾਂਜੀ, ਕੰਬੀਨੇਸ਼ਨ ਆਫ ਰੈਜ਼ਿਸਟੈਂਸ। ਠੀਕ ਹੈ, ਇਹਦੇ ਵਿੱਚ ਜਿਹੜਾ ਕੀ ਕਰਦੇ ਹਾਂ ਅਸੀਂ, ਸਾਡੇ ਕੋਲ ਟੋਟਲ ਇਫੈਕਟਿਵ ਰੈਜ਼ਿਸਟੈਂਸ ਆਉਂਦਾ ਹੈ 1/Rp। ਇਟ ਇਜ਼ 1/R1 plus 1/R2 plus 1/R3 plus so on। It is the total resistance of the combination। ਕਿਹੜਾ combination? Parallel combination ਦੇ ਵਿੱਚ। ਇਹਦੇ ਵਿੱਚ ਧਿਆਨ ਰੱਖਣਾ ਹੈ, ਇੰਪੋਰਟੈਂਟ ਪੁਆਇੰਟ ਜਿਹੜਾ ਯਾਦ ਰੱਖਣਾ ਹੈ, potential difference ਹਰ ਇੱਕ ਰੈਜ਼ਿਸਟੈਂਸ ਦਾ ਸੇਮ, ਹਰ ਇੱਕ ਰੈਜ਼ਿਸਟੈਂਸ ਦਾ ਪੋਟੈਂਸ਼ੀਅਲ ਜਿਹੜਾ ਸੇਮ ਹੋਏਗਾ। ਜਿੰਨਾ R1 ਦਾ ਓਨਾ ਹੀ R2 ਦਾ ਓਨਾ ਹੀ R3 ਦਾ, ਸਭ ਦਾ ਪੋਟੈਂਸ਼ੀਅਲ ਸੇਮ ਹੋਏਗਾ ਟੋਟਲ ਦੇ ਬਰਾਬਰ। ਕਲੀਅਰ। ਦੂਜੀ ਗੱਲ ਹੈ ਕਰੰਟ ਡਿਵਾਈਡ ਹੁੰਦਾ ਜੀ। ਇਹਦੇ ਵਿੱਚ ਕਰੰਟ ਜਿਹੜਾ ਹੈ ਉਹ ਡਿਵਾਈਡ ਹੋ ਜਾਏਗਾ ਅਕੋਰਡਿੰਗ ਟੂ देयर ਰੈਜ਼ਿਸਟੈਂਸ। ਜਿੱਥੇ ਰੈਜ਼ਿਸਟੈਂਸ ਜ਼ਿਆਦਾ ਹੋਏਗੀ ਉੱਥੇ ਕਰੰਟ ਘਟ ਜਾਏਗਾ। ਕਲੀਅਰ। ਮਤਲਬ ਕਿ ਕਰੰਟ ਜਿਹੜਾ ਹੈ
ਉਹ ਡਿਵਾਈਡ ਹੋਏਗਾ ਇਨਵਰਸਲੀ ਪ੍ਰੋਪੋਰਸ਼ਨਲ ਟੂ ਰੈਜ਼ਿਸਟੈਂਸ। ਜੇ ਰੈਜ਼ਿਸਟੈਂਸ ਜ਼ਿਆਦਾ ਹੈ ਉੱਥੇ ਕਰੰਟ ਜਿਹੜਾ ਹੈ ਸਾਡਾ ਘਟ ਜਾਏਗਾ। ਤੇ ਤੀਸਰਾ ਪੁਆਇੰਟ ਵਿੱਚ ਕੀ ਨੋਟ ਕਰਨ ਵਾਲਾ ਹੈ ਕਿ ਸਾਡਾ ਜਿਹੜਾ ਟੋਟਲ ਰੈਜ਼ਿਸਟੈਂਸ ਆਏਗਾ ਉਹਦੀ ਵੈਲਿਊ ਇਹਨਾਂ ਵਿੱਚੋਂ ਜਿਹੜਾ ਲੀਸਟ ਹੋਏਗਾ ਸਭ ਨਾਲੋਂ ਘੱਟ, ਉਹਦੇ ਨਾਲੋਂ ਵੀ ਸਾਡਾ ਜਿਹੜਾ ਆਨਸਰ ਜਿਹੜਾ ਹੈ ਉਹ ਘੱਟ ਆਣਾ ਚਾਹੀਦਾ ਹੈ। ਹਾਂਜੀ ਕਲੀਅਰ। ਮੰਨ ਲਓ ਇਹ 2 ਹੈ, ਇਹ 3 ਹੈ, ਇਹ 4, ਤੇ ਸਾਡਾ ਜਿਹੜਾ ਟੋਟਲ ਰੈਜ਼ਿਸਟੈਂਸ ਪੈਰਲਲ ਕੰਬੀਨੇਸ਼ਨ ਦਾ ਆਏਗਾ ਨਾ ਉਹ 2 ਨਾਲੋਂ ਵੀ ਸਾਡਾ ਜਿਹੜਾ ਹੈ ਉਹ ਘੱਟ ਹੋਣਾ ਚਾਹੀਦਾ ਹੈ। ਨਾਓ ਦਿਸ ਇਜ਼ ਅਬਾਊਟ ਦਾ ਪੈਰਲਲ ਕੰਬੀਨੇਸ਼ਨ ਆਫ ਰੈਜ਼ਿਸਟੈਂਸਸ। ਇਸੇ ਤਰੀਕੇ ਨਾਲ ਬੇਟਾ ਅਸੀਂ ਸੈਲਸ ਨੂੰ ਜਿਹੜਾ ਹੈ ਪੈਰਲਲ ਤੇ ਸੈਲਸ ਨੂੰ ਜਿਹੜਾ ਆਪਾਂ ਸੀਰੀਜ਼ ਦੇ ਵਿੱਚ ਅਪਲਾਈ ਕਰ ਸਕਦੇ ਹਾਂ। ਸੈਲਸ ਕੈਨ ਬੀ ਕਨੈਕਟਡ ਇਨ ਪੈਰਲਲ ਐਂਡ ਸੈਲ ਕੈਨ ਬੀ ਕਨੈਕਟਡ ਇਨ ਸੀਰੀਜ਼। ਹੁਣ ਧਿਆਨ ਰੱਖਣਾ ਹੈ, ਮੰਨ ਲਓ ਕਿ ਸਾਡੇ ਕੋਲ ਸੈੱਲ ਹੈਗੇ ਨੇ ਬਹੁਤ ਸਾਰੇ, ਸਾਰਿਆਂ ਦੀ EMF ਇੱਕੋ ਜੀ ਹੈ। ਹਾਂਜੀ ਕਲੀਅਰ। ਸਾਰਿਆਂ ਦੇ ਜਿਹੜੇ ਸੈੱਲ ਨੇ ਆਇਡੈਂਟੀਕਲ ਸੈੱਲ ਨੇ, EMF ਸਭ ਦੀ ਸੇਮ ਹੈ। ਮੰਨ ਲਓ ਪਹਿਲੇ ਦੀ E ਹੈ, ਦੂਜੇ ਦੀ ਵੀ E ਹੈ, ਤੀਸਰੇ ਦੀ ਵੀ E ਹੈ, ਚੌਥੇ ਦੀ ਵੀ ਹੈ। ਕਲੀਅਰ। ਸਾਰੇ ਆਇਡੈਂਟੀਕਲ ਸੈਲਸ ਨੇ, ਇੰਟਰਨਲ ਰੈਜ਼ਿਸਟੈਂਸ ਵੀ ਸੇਮ ਹੈਗੀ ਹੈ। ਇਹਨਾਂ ਨੂੰ ਮੈਂ ਸੀਰੀਜ਼ ਵਿੱਚ ਜੋੜ ਦੇਣਾ ਹੈ। ਜਦੋਂ ਸੈਲਸ ਨੂੰ ਮੈਂ ਕਾਹਦੇ ਵਿੱਚ ਜੋੜਦਾ ਹੈ? ਸੀਰੀਜ਼ ਵਿੱਚ ਜੋੜਦਾ ਹੈ, ਤੇ ਸਾਡੇ ਕੋਲ ਹੋਏਗਾ ਕਿ ਟੋਟਲ ਜਿਹੜੀ EMF ਹੈ ਉਹ ਬਣ ਜਾਏਗੀ NE। ਸੀਰੀਜ਼ ਕੰਬੀਨੇਸ਼ਨ ਵਿੱਚ ਮੈਂ ਕੀ ਕੀਤਾ, N ਸੈਲਸ ਨੂੰ ਜਿਹੜਾ ਹੈ ਉਹ ਜੋੜ ਦਿੱਤਾ, ਤੇ ਸਾਡੇ ਕੋਲ ਕੀ ਆਏਗੀ, ਟੋਟਲ EMF ਜਿਹੜੀ ਹੋ ਜਾਏਗੀ N ਟਾਈਮਸ ਹੋ ਜਾਏਗੀ। ਕਹਿਣ ਦਾ ਮਤਲਬ ਜੇ ਮੈਂ 4 ਸੈੱਲ ਜੋੜਦਾ, 4 ਸੈੱਲ, ਇੱਕ ਦੀ EMF E, ਦੂਜੇ ਦੀ ਵੀ E, ਤੀਸਰੇ ਦੀ ਵੀ E, ਚੌਥੇ ਦੀ ਵੀ E, ਤੇ ਤੁਹਾਡਾ ਟੋਟਲ ਆਨਸਰ ਆਏਗਾ EMF 4E। ਇਹਦਾ ਮਤਲਬ EMF ਨੂੰ ਵਧਾਉਣਾ ਚਾਹੁੰਦੇ ਹੋ ਤੇ ਸੈਲਸ ਨੂੰ ਤੁਹਾਨੂੰ ਜੋੜਨਾ ਪਏਗਾ, ਹਾਂਜੀ ਸੀਰੀਜ਼ ਦੇ ਵਿੱਚ ਜੋੜਨਾ ਪਏਗਾ। ਕਲੀਅਰ। ਸੀਰੀਜ਼ ਕੰਬੀਨੇਸ਼ਨ ਵਿੱਚ ਇੰਟਰਨਲ ਰੈਜ਼ਿਸਟੈਂਸ ਵੀ ਪਲੱਸ ਹੋ ਜਾਏਗੀ। ਸੀਰੀਜ਼ ਕੰਬੀਨੇਸ਼ਨ ਵਿੱਚ ਇੰਟਰਨਲ ਰੈਜ਼ਿਸਟੈਂਸ ਵੀ ਤੁਹਾਡੀ ਜਿਹੜੀ ਹੈ ਉਹ ਐਡ ਹੋ ਜਾਏਗੀ। ਪਰ ਪੈਰਲਲ ਵਿੱਚ ਜੇ ਆਪਾਂ ਸੈੱਲ ਲਗਾ ਦਾਂਗੇ, ਜੇਕਰ ਨੰਬਰ ਆਫ ਸੈਲਸ ਜਿਹੜੇ ਆਇਡੈਂਟੀਕਲ ਪੈਰਲਲ ਵਿੱਚ ਲਗਾ ਦਾਂਗੇ, ਤੇ ਸਾਡੀ ਟੋਟਲ EMF ਜਿਹੜੀ ਹੈ ਉਹ ਫਿਰ ਦੁਬਾਰਾ E ਹੀ ਰਹੇਗੀ। ਮੰਨ ਲਓ ਮੇਰੇ ਕੋਲ 10 ਸੈੱਲ ਨੇ, ਕਲੀਅਰ, ਲਕਲਾਂਚੇ ਸੈੱਲ ਨੇ ਜਾਂ ਡੈਨੀਅਲ ਸੈੱਲ ਨੇ, 10 ਸੈੱਲ ਨੇ, ਉਹਨਾਂ ਨੂੰ ਮੈਂ ਪੈਰਲਲ 'ਚ ਜੋੜਦਾ, ਠੀਕ ਹੈ। ਇੱਕ ਦੀ EMF E ਹੈ, दूसरे दी भी E है, तीसरे दी भी है, लेकिन मेरी टोटल EMF फिर भी E ही रहेगी, एक सिंगल EMF दे बराबर आएगी। पर सीरीज कंबीनेशन विच EMF n टाइम्स हो जाती है, पैरेलल कंबीनेशन दे विच जिहड़ी है साडे कोल जिहड़ी EMF है वो हमेशा साडे कोल एक सैल दे बराबर ही जिहड़ी है वो मिलती है। नाउ कम टू हीटिंग इफेक्ट ऑफ करंट। जदों भी असी वायर विचों करंट पास करते हैं तो सानू पता है कि वायर जिहड़ी है वो गर्म हो जाती है। नाउ वायर विच जिहड़ी हीट पैदा होती है ओहदा जिहड़ा फार्मूला है I²RT। पहला तो यह फार्मूला याद रखो कि जदों भी वायर विच करंट फ्लो होता है तो वायर जिहड़ी है गेट हीटेड अप ड्यू टू दिस। नाउ इट इज कॉल्ड जाउल्स हीटिंग इफेक्ट। यह जाउल्स साइंटिस्ट ने जिहड़ा है साडा फार्मूला बनाया सी H=I²RT। ਤੇ ਜੇ ਅਸੀਂ I ਦੀ ਜਗ੍ਹਾ ਤੇ V/R ਪੁੱਟ ਕਰ ਦਈਏ, ਸਾਨੂੰ ਪਤਾ ਹੈ ਓਮਸ ਲਾਅ ਦੇ ਅਕੋਰਡਿੰਗ I ਦੀ ਵੈਲਿਊ V/R, ਤੇ ਇਹ ਜਿਹੜਾ ਫਾਰਮੂਲਾ ਕੀ ਬਣ ਜਾਏਗਾ V²/R², ਨਾਲ ਆ ਜਾਏਗਾ RT, ਇੱਕ R ਨਾਲ R ਕੈਨਸਲ ਹੋ ਜਾਏਗਾ। ਨਾउ ਇਟ ਵਿਲ ਬਿਕਮ V²/RT। एक आ भी फार्मूला है साडे कोल। ए दोनों ही फार्मूले जिहड़े ने आपां यूज करने ने हीट जिहड़ी प्रोड्यूस होंदी है जदों करंट जिहड़ा है किसी वायर विचों किसी कोइल दे विचों जिहड़ा पास होंदा है। हाँ जी क्लीयर। ए फार्मूला जिहड़ा है तां लगाना है, ए वाला फार्मूला तां लगाना है जेकर साडे कोल पोटेंशियल सेम होंदा है। हाँ जी क्लीयर। घर दे विच जे साडी गल करिए ट्यूब, ਉਹ ਵੀ 220 ਵੋਲਟ ਤੇ ਚੱਲੇਗੀ। ਜਿਹੜਾ ਅਸੀਂ ਲੈ ਆਪਣਾ ਰੈਫਰੀਜਰੇਟਰ ਹੈ ਉਹ ਵੀ 220 ਵੋਲਟ ਤੇ ਚੱਲਦਾ ਹੈ। ਜੇ ਅਸੀਂ ਗੱਲ ਕਰਦੇ ਹਾਂ AC ਦੀ, ਉਹ ਵੀ 220 ਵੋਲਟ ਹੈ। ਬਲਬ, ਫੈਨ ਸਾਰੇ 220 ਵੋਲਟ ਤੇ ਹੀ ਨੇ। ਇਹਦਾ ਮਤਲਬ ਉਸ ਟਾਈਮ ਤੇ ਅਸੀਂ ਇਹ ਫਾਰਮੂਲਾ ਜਿਹੜਾ ਹੈ ਅਪਲਾਈ ਕਰਨਾ ਹੈ। ਹਾਂਜੀ ਕਲੀਅਰ। ਜੇ ਅਸੀਂ ਇਹਦੇ ਵਿੱਚੋਂ T ਨਹੀਂ ਲਗਾਉਂਦੇ, ਟਾਈਮ ਨਹੀਂ ਲਗਾਉਂਦੇ, ਤੇ ਸਾਡੇ ਕੋਲ ਸਿੰਪਲ ਜਿਹੜਾ ਫਾਰਮੂਲਾ ਕੀ ਰਹਿ ਜਾਏਗਾ V²/R। ਇਹਨੂੰ ਅਸੀਂ ਫਿਰ ਬੋਲਦੇ ਹਾਂ ਜੀ ਪਾਵਰ। ਇਹਨੂੰ ਯਾਦ ਰੱਖਣਾ ਹੈ। ਜੇ ਤੇ ਟਾਈਮ ਲੱਗਾ ਹੈ, ਜੇ ਟਾਈਮ ਲਗਾਇਆ ਫਿਰ ਇਹਨੂੰ ਬੋਲਦੇ ਹਾਂ ਹੀਟ ਪ੍ਰੋਡਿਊਸ, ਤੇ ਜੇ ਇਹਦੇ ਵਿੱਚ ਟਾਈਮ ਨਹੀਂ ਹੈ ਦੈਨ ਇਟ ਇਜ਼ ਜਸਟ ਅ ਪਾਵਰ।
ਇਟ ਇਜ਼ ਅ ਇਲੈਕਟ੍ਰੀਕਲ એનર્ਜੀ ਵੀ ਹੈ। ਸੇਮ ਫਾਰਮੂਲਾ ਤੁਹਾਡਾ ਇਲੈਕਟ੍ਰੀਕਲ એનર્ਜੀ ਦਾ ਹੈ ਤੇ ਪਾਵਰ ਦਾ ਫਾਰਮੂਲਾ v²/r ਜਾਂ ਪਾਵਰ ਦਾ ਫਾਰਮੂਲਾ ਜਿਹੜਾ ਹੈ ਸਾਡੇ ਕੋਲ I² ਜਿਹੜਾ ਹੈ ਉਹ ਕਿਹੜਾ ਆਏਗਾ r। ਟਾਈਮ ਨਹੀਂ ਹੈ। ਕਲੀਅਰ। ਟਾਈਮ ਜੇ ਅਸੀਂ ਜ਼ਿਆਦਾ ਆਪਣਾ ਜ਼ਿਆਦਾ ਟਾਈਮ ਵਾਸਤੇ ਕਰੰਟ ਪਾਸ ਕਰੋਗੇ ਤੇ ਜ਼ਿਆਦਾ ਹੀਟ ਜਿਹੜੀ ਹੈ ਉਹ ਪੈਦਾ ਹੁੰਦੀ ਹੈ। ਤੇ ਜਿਹੜਾ ਪਾਵਰ ਹੈ, ਪਾਵਰ ਦਾ SI ਯੂਨਿਟ ਸਾਨੂੰ ਪਤਾ ਹੈ ਕੀ ਹੁੰਦਾ ਹੈ, ਵਾਟ। ਪਾਵਰ ਦਾ SI ਯੂਨਿਟ ਕੀ ਹੈ ਸਾਡੇ ਕੋਲ, ਵਾਟ। ਨਾਓ ਮੰਨ ਲਓ ਕਿ ਸਾਡੇ ਕੋਲ ਘਰ ਵਿੱਚ ਇੱਕ ਜਿਵੇਂ ਬਲਬ ਹੁੰਦਾ ਹੈ, ਮੰਨ ਲਓ ਸਾਡੇ ਕੋਲ ਇੱਕ 60 ਵਾਟ ਦਾ ਬਲਬ ਹੈ। 60 ਵਾਟ ਦਾ ਬਲਬ ਤੁਹਾਨੂੰ ਕਿਹਾ ਜਾਂਦਾ ਵੀ ਇਹਨੂੰ 220 ਵੋਲਟ ਤੇ ਚਲਾਤਾ। 60 ਵਾਟ ਦਾ ਬਲਬ 220 ਵੋਲਟ ਦੇ ਉੱਤੇ ਆਪਾਂ ਰਨ ਕਰ ਰਹੇ ਹਾਂ ਤੇ ਇਹਦੀ ਰੈਜ਼ਿਸਟੈਂਸ ਫਾਈਂਡ ਆਊਟ ਕਰੋ। ਸਾਨੂੰ ਪਤਾ ਹੈ ਕਿ ਪਾਵਰ ਦਾ ਫਾਰਮੂਲਾ ਕਿਹੜਾ ਹੁੰਦਾ ਹੈ, v²r। ਦਿਸ ਇੰਪਲਾਈ ਰੈਜ਼ਿਸਟੈਂਸ ਫਾਈਂਡ ਆਊਟ ਕਰਨੀ ਹੈ v²/p। v ਦੀ ਜਗ੍ਹਾ ਤੇ 220 ਪੁੱਟ ਕਰ ਦਿਓ, ਉਹਦਾ ਸਕੁਅਰ ਕਰ ਲਿਓ ਤੇ ਪਾਵਰ ਦੀ ਜਗ੍ਹਾ ਤੇ 60 ਵਾਟ ਤੁਸੀਂ ਜਿਹੜਾ ਹੈ ਉਹ ਪੁੱਟ ਕਰ ਸਕਦੇ ਹੋ। ਪਾਵਰ ਤੇ ਰੈਜ਼ਿਸਟੈਂਸ ਨੂੰ ਨੋਟ ਕਰੋ, ਇਹ ਆਪਸ ਵਿੱਚ ਕੀ ਹੈਗੇ ਨੇ, ਇਨਵਰਸਲੀ ਪ੍ਰਪੋਰਸ਼ਨਲ ਹੈਗੇ ਨੇ। ਪਾਵਰ ਤੇ ਰੈਜ਼ਿਸਟੈਂਸ ਆਪਸ ਵਿੱਚ ਜਿਹੜੇ ਨੇ ਇਨਵਰਸਲੀ ਪ੍ਰਪੋਰਸ਼ਨਲ ਨੇ। ਮੰਨ ਲਓ ਕਿ ਸਾਡੇ ਕੋਲ ਇੱਕ ਹੈਗਾ ਗੀਜ਼ਰ ਤੇ ਇੱਕ ਹੈਗਾ ਬਲਬ। ਗੀਜ਼ਰ ਵਿੱਚੋਂ ਤੇ ਬਲਬ ਦੇ ਵਿੱਚੋਂ ਕੁਐਸਚਨ ਹੈ ਰੈਜ਼ਿਸਟੈਂਸ ਕਿਹਦੀ ਜਿਹੜੀ ਜ਼ਿਆਦਾ ਹੋਏਗੀ। ਹੀਟਰ ਤੇ ਗੀਜ਼ਰ, ਆਪਣਾ ਹੀਟਰ ਤੇ ਬਲਬ, ਹੀਟਰ ਤੇ ਬਲਬ ਦੇ ਵਿੱਚੋਂ ਸਾਡੀ ਰੈਜ਼ਿਸਟੈਂਸ ਜਿਹੜੀ ਹੈ ਕਿਹਦੀ ਜ਼ਿਆਦਾ ਹੋਏਗੀ। ਪਹਿਲੀ ਗੱਲ ਤੇ ਪਾਵਰ ਦੀ ਗੱਲ ਕਰੀਏ, ਪਾਵਰ ਜਿਹੜੀ ਹੁੰਦੀ ਹੈ ਹੀਟਰ ਦੀ ਜ਼ਿਆਦਾ ਹੁੰਦੀ ਹੈ ਕਿਹਦੇ ਨਾਲੋਂ, ਬਲਬ ਨਾਲੋਂ। ਪਾਵਰ ਜਿਹੜੀ ਹੈ ਹੀਟਰ ਦੀ ਬਲਬ ਨਾਲੋਂ ਜ਼ਿਆਦਾ ਹੈ ਤੇ ਪਾਵਰ ਕਿਹਦੇ ਇਨਵਰਸਲੀ ਹੈ, ਰੈਜ਼ਿਸਟੈਂਸ ਦੇ। ਜਿਹਦੀ ਪਾਵਰ ਜ਼ਿਆਦਾ ਹੋਏਗੀ ਉਹਦਾ ਰੈਜ਼ਿਸਟੈਂਸ ਘੱਟ ਹੋਏਗਾ। ਇਹਦਾ ਮਤਲਬ ਜਿਹੜਾ ਹੀਟਰ ਹੈ ਉਹਦੀ ਰੈਜ਼ਿਸਟੈਂਸ ਘੱਟ ਹੋਏਗੀ ਕਿਹਦੇ ਨਾਲੋਂ, ਬਲਬ ਦੇ ਨਾਲੋਂ। ਹਾਂਜੀ ਕਲੀਅਰ ਬੇਟਾ। ਤੁਸੀਂ ਆਮ ਦੇਖਿਆ ਹੋਏਗਾ ਜਦੋਂ ਅਸੀਂ ਇੱਕਦਮ ਗੀਜ਼ਰ ਜਾਂ AC ਔਨ ਕਰਦੇ ਹਾਂ ਸਾਡੀ ਲਾਈਟ ਥੋੜੀ ਜਿਹੀ ਡਿਮ ਹੋ ਜਾਂਦੀ ਹੈ, ਕਿਉਂਕਿ AC ਜਿਹੜਾ ਗੀਜ਼ਰ ਜਾਂ ਅਸੀਂ AC ਚਲਾਇਆ ਉਸ ਟਾਈਮ ਦੇ ਉੱਤੇ ਉਹਦੀ ਪਾਵਰ ਜ਼ਿਆਦਾ ਹੁੰਦੀ ਹੈ। ਪਾਵਰ ਜ਼ਿਆਦਾ ਹੋਣ ਕਰਕੇ ਉਹਦੀ ਰੈਜ਼ਿਸਟੈਂਸ ਘੱਟ ਹੁੰਦੀ ਹੈ। ਰੈਜ਼ਿਸਟੈਂਸ ਘੱਟ ਹੋਣ ਕਰਕੇ ਉਹ ਜ਼ਿਆਦਾ ਕਰੰਟ ਖਿੱਚ ਲੈਂਦਾ ਹੈ ਤੇ ਜਦੋਂ ਸਾਰਾ ਕਰੰਟ ਉਹਦੇ ਚ ਲੰਘ ਗਿਆ ਤੇ ਜਿਹੜਾ ਬਲਬ ਨੂੰ ਕਰੰਟ ਦੀ ਜਿਹੜੀ ਹੈ ਪ੍ਰੋਪਰ ਸਪਲਾਈ ਨਹੀਂ ਮਿਲਦੀ, ਉਹਦੀ ਜਿਹੜੀ ਹੈ ਬ੍ਰਾਈਟਨੈਸ ਥੋੜੇ ਚਿਰ ਵਾਸਤੇ ਜਿਹੜੀ ਹੈ ਉਹ ਘਟ ਜਾਂਦੀ ਹੈ। ਨਾਓ ਵਾਟ ਇਜ਼ SI ਯੂਨਿਟ ਆਫ ਪਾਵਰ। ਪਾਵਰ ਦਾ SI ਯੂਨਿਟ ਜਿਹੜਾ ਹੈਗਾ ਸਾਡੇ ਕੋਲ ਵਾਟ। ਇੱਕ ਹੁੰਦਾ ਸਾਡੇ ਕੋਲ ਟਰਮ ਆਉਂਦੀ ਹੈ ਇਲੈਕਟ੍ਰੀਕਲ એનર્ਜੀ। ਇਲੈਕਟ੍ਰੀਕਲ એનર્ਜੀ ਇਹਦਾ ਯੂਨਿਟ ਜਿਹੜਾ ਹੈ ਯਾਦ ਕਰ ਲਓ kWh। what is the unit of electric energy, it is kWh। ਇਲੈਕਟ੍ਰੀਕਲ ਯੂਨਿਟ ਜਿਹੜਾ ਹੈ એનર્ਜੀ ਦਾ, ਇਲੈਕਟ੍ਰੀਕਲ એનર્ਜੀ ਦਾ ਯੂਨਿਟ kWh। ਇਹਨੂੰ ਅਸੀਂ ਬੋਰਡ ਆਫ ਟ੍ਰੇਡ ਯੂਨਿਟ ਵੀ ਬੋਲਦੇ ਹਾਂ। it is a board of trade unit, it is also called 1 unit। ਕਈ ਵਾਰੀ ਤੁਸੀਂ ਆਪਣੇ ਘਰਾਂ ਵਿੱਚ ਸੁਣਿਆ ਹੋਵੇਗਾ ਹਾਂਜੀ ਵੀ ਕਿੰਨੇ ਯੂਨਿਟ ਬਲ ਗਏ, ਹਾਂਜੀ ਉਹ ਹੁੰਦਾ kWh। kWh ਜਿਹੜਾ ਹੈ ਇਹ ਯੂਨਿਟ ਹੈਗਾ ਜੀ ਇਲੈਕਟ੍ਰੀਕਲ એનર્ਜੀ ਦਾ ਤੇ 1 kWh ਇਟ ਇਜ਼ ਇਕੁਅਲ ਟੂ, ਹਾਂਜੀ ਕਿਹਦੇ ਇਕੁਅਲ ਹੋਏਗਾ 3.6 into 10⁻⁶ ਜਾਊਲ। 1 kWh ਵਿੱਚ ਇੰਨੇ ਜਾਊਲ ਹੁੰਦੇ ਨੇ, ਹਲੇ ਯਾਦ ਰੱਖੋ ਤੁਸੀਂ ਕਿਉਂਕਿ ਅਸੀਂ ਡਿਟੇਲ ਵਿੱਚ ਆਲਰੇਡੀ ਪੜ੍ਹ ਚੁੱਕੇ ਹਾਂ। 1 kWh is equal to 3.6 multiply by 10⁻⁶ ਜਾਊਲ। ਹਾਂਜੀ ਆਈ ਥਿੰਕ ਕਿ ਤੁਹਾਨੂੰ ਜਿਹੜਾ ਹੈ ਅੱਜ ਤੱਕ ਦਾ ਜਿਹੜਾ ਜਿੰਨਾ ਵੀ ਅਸੀਂ ਇਹਦੇ ਵਿੱਚ ਆਪਾਂ ਲੈਕਚਰ ਦੇ ਵਿੱਚ ਆਪਾਂ ਡਿਸਕਸ ਕੀਤਾ ਹੈ ਤੁਹਾਨੂੰ ਕਲੀਅਰ ਹੋ ਗਿਆ। ਬਾਕੀ ਜਿਹੜੇ ਹੋਰ ਇੰਪੋਰਟੈਂਟ ਪੁਆਇੰਟਸ ਨੇ ਉਹ ਅਸੀਂ ਨੈਕਸਟ ਲੈਕਚਰ ਵਿੱਚ ਡਿਸਕਸ ਕਰਾਂਗੇ। ਥੈਂਕ ਯੂ।